ਵਾਹਿਗੁਰੂ 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 ਵਾਹਿਗੁਰੂ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਸਾਰੀਆਂ ਸੰਗਤਾਂ ਗੁਰੂ ਦਰ ਵਿਖੇ ਇਕੱਤਰ ਹੋ ਕੇ ਸੰਗਰਾਂਦ ਦਾ ਦਿਹਾੜਾ ਜੋ ਕਿ ਮੱਘਰ ਦੀ ਸੰਗਰਾਂਦ ਹੈ, ਅਸੀਂ ਸਾਰੀਆਂ ਸੰਗਤਾਂ ਇਹ ਦਿਨ ਖੁਸ਼ੀ ਦੇ ਰੂਪ ਦੇ ਵਿੱਚ ਗੁਰੂ ਦੀ ਉਪਸਥਿਤੀ ਦੇ ਵਿੱਚ ਹਾਜ਼ਰ ਹੋ ਕੇ ਅਸੀਂ ਆਪਣੇ ਜੀਵਨ ਸਫਲ ਕਰਨ ਵਾਸਤੇ ਇਹ ਦਿਨ ਮੱਘਰ ਦੀ ਜੋ ਸੰਗਰਾਂਦ ਹੈ, ਅਸੀਂ ਗੁਰੂ ਜਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਇਕੱਤਰ ਹੋਏ ਆ ਔਰ ਹੋਵਾਂਗੇ। ਤੋ ਸਾਰਿਆਂ ਨੂੰ ਬੇਨਤੀ ਹੈ ਭਾਈ, ਗੁਰੂ ਦਰ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਪੰਡਾਲ ਦੇ ਵਿੱਚ ਹਾਜ਼ਰੀਆਂ ਭਰੋ ਤੇ ਆਪਣੇ ਜੀਵਨ ਨੂੰ ਆਪਾਂ ਸਫਲਾ ਕਰੀਏ। ਅੱਜ ਮੱਘਰ ਮਹੀਨੇ ਦੀ ਮਾਹ ਸੰਗਰਾਂਦ ਜੋ ਸਤਿਗੁਰਾਂ ਨੇ ਸਾਨੂੰ 12 ਮਾਹ ਦੇ ਵਿੱਚ ਬਖਸ਼ਿਸ਼ ਕੀਤਾ ਹੈ ਕਿ ਮੱਘਰ ਦੇ ਮਹੀਨੇ ਦੇ ਵਿੱਚ ਇਹ ਸਾਡੀ ਰੂਹ ਜਿਹੜੀ ਹੈ, ਇਹ ਸਾਡੀ ਜਿਹੜੀ ਆਤਮਾ ਹੈ, ਇਹ ਕਿਸ ਤਰ੍ਹਾਂ ਨਾਲ ਕਿਸ ਅਵਸਥਾ ਦੇ ਵਿੱਚ ਕਰਮ ਕਰਦੀ ਹੈ ਕਿ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ ਦਿਦਾਰੇ ਹੋ ਜਾਣ। ਤੋ ਸਾਧ ਸੰਗਤ ਜੀ, ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ 12 ਮਾਹ ਸ਼ੁਰੂ ਕਰਦਿਆਂ ਹੀ ਅਸੀਂ ਕਿਰਤ ਕਰਮ ਦੇ ਵਿੱਚ ਉਲਝ ਕੇ ਕਈ ਵਾਰ ਅਵਗੁਣ ਖੱਟ ਲੈਂਦੇ ਆ, ਪਾਪ ਖੱਟ ਲੈਂਦੇ ਆ। ਗੁਰੂ ਸਾਹਿਬ ਕਹਿੰਦੇ ਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸਤਿਗੁਰਾਂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਗੁਰੂ ਦਰ ਦੇ ਉੱਤੇ ਆ ਕੇ ਇਹ ਬੇਨਤੀ ਕਰੋ, ਇਹ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ, ਅਸੀਂ ਕਿਰਤ ਕਰਮ ਕਰਦੇ ਹੋਏ ਅਨੇਕਾਂ ਗਲਤੀਆਂ ਕਰ ਲੈਂਦੇ ਆ, ਸਾਨੂੰ ਕਿਰਪਾ ਕਰੋ, ਬਖਸ਼ ਦਿਓ, ਸਾਨੂੰ ਆਪਣੇ ਚਰਨਾਂ ਦੇ ਵਿੱਚ ਲਾ ਲਓ, ਸਾਡੀਆਂ ਭੁੱਲਾਂ ਨੂੰ ਬਖਸ਼ ਕੇ ਸਾਨੂੰ ਆਪਣਾ ਬਣਾ ਲਓ। ਸੱਚੇ ਪਾਤਸ਼ਾਹ ਕਿਰਪਾ ਕਰੋ। ਤੇ ਹੁਣ ਮੱਘਰ ਮਾਹ ਦੇ ਵਿੱਚ ਗੁਰੂ ਸਾਹਿਬ ਪੰਚਮ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਭਾਈ ਸਾਡੀ ਰੂਹ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਪਰਮ ਪਿਤਾ ਪਰਮਾਤਮਾ ਨਾਲ ਜੋਗ ਕਰ ਸਕਦੀ ਹੈ, ਕਿਸ ਤਰ੍ਹਾਂ ਪਰਮ ਪਿਤਾ ਪਰਮਾਤਮਾ ਨਾਲ ਮਿਲਣ ਕਰ ਸਕਦੀ ਹੈ, ਕਿਸ ਤਰ੍ਹਾਂ ਪਰਮ ਪਿਤਾ ਪਰਮਾਤਮਾ ਦੇ ਦਰਸ ਦਿਦਾਰੇ ਕਰ ਸਕਦੀ ਹੈ। ਇਹ ਅੱਜ ਆਪਾਂ ਵਿਚਾਰ ਕਰਾਂਗੇ। ਮੱਘਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ तिन की शोभा क्या गणी जे साहिब मेलड़िया तन मन मौले राम स्यों संग साध सहेलड़िया साध जना ते बाहरी से रहन अकेलड़िया तिन दुख न काबूत रे से जम कै बस पड़िया जिन्ना राविया प्रभ अपना से
ਦਿਸਣ ਨਿਤ ਖੜੀਆ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਵਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੰਗਰ ਪ੍ਰਭ ਅਰਾਧਨਾ ਬਹੁੜ ਨਾ ਜਨਮੜੀਆ ਮੰਗਰ ਪ੍ਰਭ ਅਰਾਧਨਾ ਬਹੁੜ ਨਾ ਜਨਮੜੀਆ। ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਸਾਧ ਸੰਗਤ ਜੀਓ, ਸਾਨੂੰ ਗੁਰਬਾਣੀ ਜਿਹੜੀ ਹੈ ਹਰ ਸਮੇਂ ਹਰ ਸ਼ਬਦ ਦੇ ਵਿੱਚ ਹਰ ਤੁਕ ਦੇ ਵਿੱਚ ਇਹ ਸਮਝਾਉਂਦੀ ਹੈ ਕਿ ਅਸੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਉਸ ਪਰਮ ਪਿਤਾ ਪਰਮਾਤਮਾ ਨਾਲ, ਜਿਸ ਨੇ ਸਾਡੀ ਰੂਹ ਨੂੰ ਬਣਾ ਕੇ ਇਸ ਸੰਸਾਰ ਦੇ ਵਿੱਚ ਕਰਮ ਕਰਨ ਵਾਸਤੇ ਭੇਜਿਆ ਹੈ, ਅਸੀਂ ਉਸ ਦੇ ਨਾਲ ਕਿਸ ਤਰ੍ਹਾਂ ਮਿਲਣ ਕਰ ਸਕਦੇ ਹਾਂ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜੀ ਹੈ ਸਾਨੂੰ ਹਰ ਥਾਂ ਤੇ ਹਰ ਸਮੇਂ ਤੇ ਹਰ ਤੁਕ ਦੇ ਵਿੱਚ ਇਹ ਗੱਲ ਸਮਝਾਉਂਦੀ ਹੈ ਕਿ ਹੇ ਰੂਹ, ਹੇ ਆਤਮਾ, ਹੇ ਮਨੁੱਖ, ਤੂੰ ਪਰਮ ਪਿਤਾ ਪਰਮਾਤਮਾ ਦਾ ਦਰਸਦਾਰਾ, ਪਰਮ ਪਿਤਾ ਪਰਮਾਤਮਾ ਦਾ ਮਿਲਨ ਕਿਵੇਂ ਕਰ ਸਕਦਾ ਹੈ। ਇਹ ਸਾਰਾ ਗੁਰੂ ਗ੍ਰੰਥ ਸਾਹਿਬ ਜੋ ਹੈ 1 ਓਂਕਾਰ ਤੋਂ ਲੈ ਕੇ 18, 10, 20 ਤੱਕ ਹੀ ਸਾਨੂੰ ਇਹ ਗੱਲ ਸਮਝਾਉਂਦਾ ਹੈ ਕਿ ਸਾਡੀ ਆਤਮਾ ਕਿਸ ਤਰ੍ਹਾਂ ਉਸ ਪਰਮ ਪਿਤਾ ਪਰਮਾਤਮਾ ਨਾਲ ਮਿਲਣ ਕਰ ਸਕਦੀ ਹੈ। ਤੋ ਸਾਧ ਸੰਗਤ ਜੀ, ਪੰਚਮ ਪਾਤਸ਼ਾਹ ਜੀ ਨੇ 12 ਮਾਹ ਦੇ ਵਿੱਚ ਮੰਗਰ ਮਹੀਨਾ ਜਿਹੜਾ ਹੈ ਉਸ ਦਾ ਹੁਣ ਵਿਚਾਰ ਸਾਨੂੰ ਦੱਸਿਆ ਹੈ, ਸਮਝਾਇਆ ਹੈ ਕਿ ਭਾਈ ਇਸ ਮਹੀਨੇ ਦੇ ਵਿੱਚ ਤੁਸੀਂ ਕੀ ਕਰਨਾ ਹੈ। ਮੰਗਰ ਪੰਜਾਬੀ 'ਚ ਅਸੀਂ ਉਸ ਨੂੰ ਮੱਘਰ ਵੀ ਕਹਿ ਦਿੰਦੇ ਹਾਂ, ਹਿੰਦੀ ਵਾਲੇ ਉਹਨੂੰ ਮਕਸਰ ਵੀ ਕਹਿ ਦਿੰਦੇ ਆ, ਔਰ ਗੁਰੂ ਸਾਹਿਬ ਨੇ ਉਹਨੂੰ ਮੰਗਰ ਮਾ ਸੁਹੰਦੀਆ ਹਰ ਪਿਰ ਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਮੱਘਰ ਮਹੀਨੇ ਦੇ ਵਿੱਚ ਜਿਨ੍ਹਾਂ ਗੁਰਮੁਖ ਰੂਹਾਂ ਨੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਹਰ ਪਿਰ ਜਿਹੜਾ ਹੈ, ਹਰ ਪਿਆਰਾ ਜਿਹੜਾ, ਹਰ ਭਾਵ ਪਰਮਾਤਮਾ, ਸਾਡਾ ਰੂਹ ਦਾ ਪਿਆਰਾ ਹੈ ਪਰਮਾਤਮਾ, ਤੇ ਉਸ ਦੇ ਨਾਲ ਜਿਹੜੀਆਂ ਸੰਗਤ ਕਰਕੇ ਬੈਠਦੀਆਂ ਮਿਲਣ ਕਰ ਲੈਂਦੀਆਂ ਮੱਘਰ ਦੇ ਮਹੀਨੇ ਦੇ ਵਿੱਚ, ਉਹ ਰੂਹਾਂ ਜਿਹੜੀਆਂ ਹੈ ਇਸ ਸੰਸਾਰ ਦੇ ਵਿੱਚ ਵੀ ਸੁਹੰਦੀਆਂ ਤੇ ਉੱਥੇ ਦਰਗਾਹ ਦੇ ਵਿੱਚ ਵੀ, ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਹਾਂ, ਜਿਸ ਨੂੰ ਅਸੀਂ ਪਰਮਪਿਤਾ ਪਰਮਾਤਮਾ ਦਾ ਦੁਆਰਾ ਕਹਿੰਦੇ ਹਾਂ, ਉੱਥੇ ਵੀ ਇਹ ਰੂਹਾਂ ਦਾ ਸਨਮਾਨ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਆ ਤਿੱਥੇ ਪੰਜ ਪ੍ਰਵਾਨ, ਤਿੱਥੇ ਸੋਹਣ ਪੰਜ ਪ੍ਰਵਾਨ, ਜਿਨ੍ਹਾਂ ਗੁਰਮੁਖ ਰੂਹਾਂ ਨੇ ਪੰਜ ਪ੍ਰਵਾਨ ਗੁਣ ਪ੍ਰਾਪਤ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ, ਉਹ ਪਰਮਪਿਤਾ ਪਰਮਾਤਮਾ ਦੇ ਦੁਆਰੇ ਦੇ ਉੱਤੇ ਰੂਹਾਂ ਜਿਹੜੀਆਂ ਹੈ, ਚਾਹੇ ਉਹ ਇਸ ਸੰਸਾਰ ਦੇ ਵਿੱਚ ਬੈਠੀਆਂ, ਚਾਹੇ ਉਹ ਸੱਚਖੰਡ ਦੇ ਦੁਆਰੇ ਦੇ ਉੱਤੇ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਬੈਠੀਆਂ, ਉਹਨਾਂ ਦਾ ਸੁਹੱਪਣ ਜਿਹੜਾ ਹੈ, ਸੋਹਣਾਪਣ ਜਿਹੜਾ ਹੈ, ਮਤਲਬ ਉਹਨਾਂ ਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੈਠਿਆ ਹੋਇਆ ਜਿਹੜਾ ਸੁਹੱਪਣ ਜਿਹੜਾ ਹੈ ਨਾ, ਉਹ ਸੋਹਣਾ ਲੱਗਦਾ ਹਰ ਬੰਦੇ ਨੂੰ, ਹਰ ਪਰਮਾਤਮਾ ਨੂੰ ਤਾਂ ਲੱਗਦਾ ਹੀ ਲੱਗਦਾ ਹੈ। ਗੁਰਮੁਖ ਪਿਆਰੀਆਂ ਰੂਹਾਂ ਜਿਹੜੀਆਂ ਉੱਥੇ ਬੈਠੀਆਂ ਹੁੰਦੀਆਂ ਸੱਚਖੰਡ ਦੇ ਵਿੱਚ, ਹੋਰ ਵੀ ਉਹ ਸਾਰੀਆਂ ਨੂੰ ਉਹ ਸੋਹਣੀਆਂ ਲੱਗਦੀਆਂ, ਆਪਸ ਦੇ ਵਿੱਚ ਇੱਕ ਦੂਜੇ ਨਾਲ ਪਿਆਰ ਐਸਾ ਹੁੰਦਾ ਹੈ ਕਿਉਂਕਿ ਉਹ ਪਰਮਪਿਤਾ ਪਰਮਾਤਮਾ ਦੇ ਸੰਗ ਬੈਠੀਆਂ ਹੁੰਦੀਆਂ, ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਬੈਠੀਆਂ ਹੁੰਦੀਆਂ। ਇਸ ਸਥਾਨ ਤੇ ਬੈਠਾ ਹੋਇਆ ਗੁਰਮੁਖ ਰੂਹ ਜਿਹੜੀ ਹੈ, ਜਿਹੜੀ ਪਰਮਪਿਤਾ ਪਰਮਾਤਮਾ ਨਾਲ ਜੋਗ ਕਰ ਚੁੱਕੀ ਹੈ, ਜੋੜ ਕਰ ਚੁੱਕੀ ਹੈ, ਉਹ ਇਸ ਸਥਾਨ ਤੇ ਬੈਠੀ ਹੋਈ ਵੀ ਪਰਮਪਿਤਾ ਪਰਮਾਤਮਾ ਦੇ ਦਰਸਦਾਰੇ ਕਰਦੀ ਹੈ, ਔਰ ਉਹ ਪਰਮਪਿਤਾ ਪਰਮਾਤਮਾ ਦੇ ਸੰਗ ਬੈਠੀ ਹੋਈ ਹਮੇਸ਼ਾ ਸੌਂਦੀ ਹੈ ਇਸ ਸੰਸਾਰ ਦੇ ਵਿੱਚ। ਤੋ ਅੱਗੇ ਗੁਰੂ ਸਾਹਿਬ ਕਹਿੰਦੇ ਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਹੁਣ ਗੁਰੂ ਸਾਹਿਬ ਇੱਕ ਭੇਦ ਦੱਸਦੇ ਆ ਕਿ ਉਹਨਾਂ ਰੂਹਾਂ ਦੀ ਸ਼ੋਭਾ ਕੀ ਗਣੀ ਜਾਵੇ। ਕਹਿੰਦੇ ਕੋਈ ਗਿਣਤੀ ਨਹੀਂ ਉਹਨਾਂ ਦੀ ਸ਼ੋਭਾ ਦੀ, ਉਹਨਾਂ ਦੀ ਵਡਿਆਈ ਦੀ, ਜਿਹੜੀਆਂ ਰੂਹਾਂ ਪਰਮਪਿਤਾ ਪਰਮਾਤਮਾ ਨਾਲ ਮਿਲ ਚੁੱਕੀਆਂ।
ਜਿਨ੍ਹਾਂ ਨੂੰ ਸਾਹਿਬ ਨੇ ਆਪ ਮੇਲ ਲਿਆ ਆਪਣੇ ਨਾਲ। ਇੱਕ ਕਰਮ ਇੱਥੇ ਹੋਰ ਵੀ ਹੈ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇਸ ਸੰਸਾਰ ਦੇ ਨਾਂ ਵਿੱਚ ਰਹਿੰਦੇ ਹੋਏ ਪਰਮਪਿਤਾ ਪਰਮਾਤਮਾ ਨਾਲ ਬਹੁਤ ਪਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਿਆਰ ਕਰਦੇ ਹਾਂ। ਪਰ ਜਿੰਨਾ ਚਿਰ ਸਾਨੂੰ ਪਰਮਾਤਮਾ ਆਪ ਸਾਡੀ ਰੂਹ ਨੂੰ ਆਪਣੇ ਚਰਨਾਂ 'ਚ ਨਹੀਂ ਬਿਠਾਉਂਦਾ, ਆਪਣੇ ਸੰਗ ਨਹੀਂ ਮੇਲਦਾ, ਆਪਣੀ ਜੋਤ ਦੇ ਵਿੱਚ ਅਭੇਦ ਨਹੀਂ ਕਰਦਾ, ਉਹਨਾਂ ਚਿਰ ਸਾਡੀ ਕੋਈ ਕੀਮਤ ਨਹੀਂ ਹੁੰਦੀ। ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੀਆਂ ਸਾਹਿਬ ਨੇ ਆਪਣੇ ਨਾਲ ਮਿਲ ਲਈਆਂ, ਉਹਨਾਂ ਦੀ ਸੋਭਾ ਜਿਹੜੀ ਹੈ, ਉਹਨਾਂ ਦੀ ਸੋਭਾ ਜਿਹੜੀ ਹੈ ਕਹਿੰਦੇ ਵੀ ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦੀ, ਉਹ ਅਮੋਲ ਹੁੰਦੀਆਂ, ਉਹ ਪਰਮਪਿਤਾ ਪਰਮਾਤਮਾ ਦੀਆਂ ਪਿਆਰੀਆਂ ਹੁੰਦੀਆਂ ਔਰ ਉਹਨਾਂ ਦਾ ਜਿਹੜਾ ਹੈ ਸਨਮਾਨ ਜਿਹੜਾ ਹੈ ਸਾਰੇ ਸੰਸਾਰ ਦੇ ਵਿੱਚ ਬਹੁਤ ਵੱਡਾ ਹੁੰਦਾ। ਉਹਨਾਂ ਦੀ ਸੋਭਾ ਜਿਹੜੀ ਹੈ ਇੰਨੀ ਵੱਡੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਉਹ ਪਰਮਪਿਤਾ ਪਰਮਾਤਮਾ ਆਵਾਜ਼ ਘੱਟ ਪਰਮਾਤਮਾ ਜਦੋਂ ਉਹਨਾਂ ਨੂੰ ਮੇਲ ਲੈਂਦਾ ਹੈ ਤੇ ਉਦੋਂ ਉਹ ਅਨੰਤ ਗੁਣਾਂ ਦੀਆਂ ਧਾਰਨੀਆਂ ਹੋ ਜਾਂਦੀਆਂ। ਔਰ ਜਦੋਂ ਅਨੰਤ ਗੁਣਾਂ ਦੀਆਂ ਧਾਰਨੀਆਂ ਹੋ ਜਾਂਦੀਆਂ ਤੇ ਉਦੋਂ ਕੀ ਹੈ, ਗੁਰੂ ਸਾਹਿਬ ਕਹਿੰਦੇ ਆ ਕਿ ਉਹ ਗੁਣ ਜਿਹੜੇ ਪਰਮਪਿਤਾ ਪਰਮਾਤਮਾ ਦੇ ਹੁੰਦੇ ਆ ਔਰ ਪਰਮਪਿਤਾ ਪਰਮਾਤਮਾ ਦੇ ਗੁਣਾਂ ਦਾ ਧਾਰਨ ਕਰਕੇ ਉਹ ਰੂਹਾਂ ਵੀ ਪਰਮਾਤਮਾ ਦੇ ਗੁਣਾਂ ਵਾਲੀਆਂ ਬਣ ਜਾਂਦੀਆਂ ਔਰ ਉਹੋ ਜਿਹਾ ਹੀ ਸਰੂਪ ਰਹਿੰਦਾ ਹੈ, ਉਹੋ ਜਿਹਾ ਹੀ ਕਰਮ ਰਹਿੰਦਾ ਉਹਨਾਂ ਦਾ। ਫਿਰ ਜਿਵੇਂ ਪਰਮਾਤਮਾ ਜੋ ਜਿਸ ਅਵਸਥਾ ਦੇ ਵਿੱਚ ਹੁੰਦਾ ਉਸੇ ਅਵਸਥਾ ਦੇ ਵਿੱਚ ਉਹ ਗੁਰਮੁਖ ਪਿਆਰੀਆਂ ਰੂਹਾਂ ਜਿਹੜੀਆਂ ਹੈ ਉਹ ਪਰਮਾਤਮਾ ਦੇ ਨਾਲ ਮੇਲੀਆਂ ਹੋਈਆਂ ਪਰਮਾਤਮਾ ਦੇ ਚਰਨਾਂ 'ਚ ਬੈਠ ਕੇ ਨਾਮ ਸਿਮਰਨ ਕਰਦੀਆਂ। ਹੁਣ ਗੁਰੂ ਸਾਹਿਬ ਕਹਿੰਦੇ ਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਉਹਨਾਂ ਗੁਰਮੁਖ ਰੂਹਾਂ ਦਾ ਮਨ ਔਰ ਤਨ ਪਰਮਾਤਮਾ ਨਾਲ ਮਿਲਿਆ ਹੁੰਦਾ। ਉਹ ਸੰਸਾਰ ਦੇ ਵਿੱਚ ਨਹੀਂ ਖਚਤ ਹੁੰਦੀਆਂ, ਸੰਸਾਰ ਦੀ ਮਾਇਆ ਦੇ ਵਿੱਚ ਨਹੀਂ ਖਚਤ ਹੁੰਦੀਆਂ, ਸੰਸਾਰ ਦੇ ਪਦਾਰਥਾਂ ਦੇ ਵਿੱਚ ਨਹੀਂ ਲੁਭਾਏਮਾਨ ਹੁੰਦੀਆਂ। ਉਹਨਾਂ ਦਾ ਮਨ ਹਮੇਸ਼ਾ 24 ਘੰਟੇ ਜਿਹੜਾ ਸੁਰਤੀ ਜਿਹੜੀ ਹੈ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਸੰਗ ਸਾਧ ਸਹੇਲੜੀਆਂ। ਉਹਨਾਂ ਦੀ ਸੰਗਤ ਜਿਹੜੀ ਹੈ, ਜਿਹੜੇ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ, ਪਰਮਾਤਮਾ ਦੇ ਪਿਆਰੇ ਹੋ ਗਏ ਆ, ਪਰਮਾਤਮਾ ਦੇ ਮਿੱਤਰ ਹੋ ਗਏ ਆ, ਸਾਧ ਜਿਹੜੇ ਜਿਨ੍ਹਾਂ ਨੂੰ ਅਸੀਂ ਸਾਧਨਾ ਕਰਕੇ ਅਸੀਂ ਸੰਤ ਕਹਿੰਦੇ ਆ ਜਾਂ ਸਾਧ ਕਹਿੰਦੇ ਆ ਜਾਂ ਬ੍ਰਹਮ ਗਿਆਨੀ ਕਹਿੰਦੇ ਆ ਜਾਂ ਗੁਰਮੁਖ ਕਹਿੰਦੇ ਆ ਜਾਂ ਗੁਰਸਿੱਖ ਕਹਿੰਦੇ ਆ ਜਾਂ ਅਸੀਂ ਖਾਲਸਾ ਵੀ ਕਹਿੰਦੇ ਆ। ਉਹ ਗੁਰਮੁਖ ਪਿਆਰਿਆਂ ਦੇ ਨਾਲ ਉਹਨਾਂ ਦੀ ਸੰਗਤ ਹਮੇਸ਼ਾ ਬਣੀ ਰਹਿੰਦੀ ਹੈ ਔਰ ਉਥੋਂ ਉਹ ਗੁਰੂ ਦੀ ਮੱਤ ਨੂੰ ਪ੍ਰਾਪਤ ਕਰਦੇ ਹੋਏ, ਗੁਰੂ ਦਾ ਜਸ ਕਰਦੇ ਹੋਏ, ਗੁਰੂ ਦੀ ਵਡਿਆਈ ਕਰਦੇ ਹੋਏ, ਗੁਰੂ ਦੀ ਸਿਫਤ ਸਲਾਹ ਕਰਦੇ ਹੋਏ ਆਪਣੇ ਜੀਵਨ ਨੂੰ ਵੀ ਸਫਲਾ ਕਰਕੇ ਪਰਮਾਤਮਾ ਨਾਲ ਜੋੜ ਲੈਂਦੇ ਆ। ਇਹ ਵਿਵਸਥਾ ਹੈ ਇਸ ਸੰਸਾਰ ਦੇ ਲੋਕਾਂ ਦੀ ਕਿ ਜੇ ਉਹ ਪਰਮਾਤਮਾ ਨਾਲ ਜੁੜਨਾ ਚਾਹੁੰਦੇ ਆ ਤੇ ਭਾਈ ਗੁਰਮੁਖ ਪਿਆਰੀਆਂ ਰੂਹਾਂ ਦੇ ਨਾਲ ਸੰਗਤ ਕਰੋ, ਉਹ ਤਾਂ ਕਿ ਤੁਹਾਡਾ ਜੀਵਨ ਜਿਹੜਾ ਹੈ ਉਹੋ ਜਿਹਾ ਉਹਨਾਂ ਗੁਰਮੁਖ ਪਿਆਰੀਆਂ ਰੂਹਾਂ ਵਰਗਾ ਹੋ ਜਾਏ, ਉਹਨਾਂ ਵਰਗੇ ਗੁਣ ਤੁਹਾਡੇ ਵਿੱਚ ਆ ਜਾਣ ਤੇ ਫਿਰ ਤੁਹਾਨੂੰ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੋ ਜਾਣ। ਅਸੀਂ ਜੇ ਕਰਨਾ ਚਾਹੀਏ ਤੇ ਇੱਕ ਕਥਾ ਦਾਸ ਆਪ ਜੀ ਨੂੰ ਸਰਵਣ ਕਰਾਉਣ ਲੱਗਿਆ ਹੈ। ਇੱਕ ਪ੍ਰਸੰਗ ਹੈ, ਇੱਕ ਗਰੀਬ ਮਲਾਹ ਅਨੰਦਪੁਰ ਦੇ ਨੇੜੇ ਜੋ ਦਰਿਆ ਵਗਦਾ ਹੈ ਸਤਲੁਜ, ਉਸ ਦੇ ਉੱਤੇ ਉਹ ਮਲਾਹ ਜਿਹੜਾ ਹੈ ਬੇੜੀ ਆਪਣੀ ਚਲਾਉਂਦਾ ਹੈ ਔਰ ਲੋਕਾਂ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਾਰ ਕਰਕੇ ਉਹਨਾਂ ਨੂੰ ਆਪਣੀ ਕਿਰਤ ਕਰਦਾ ਹੈ। ਅਨੰਦਪੁਰ ਦੇ ਨਾਲ ਹੀ ਇਹ ਦਰਿਆ ਹੈ, ਇਸ ਕਰਕੇ ਗੁਰਸਿੱਖ ਜਿਹੜੇ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿਆਰੀਆਂ ਰੂਹਾਂ ਜਿਹੜੀਆਂ ਉਹ ਜਿਹੜੀਆਂ ਹਮੇਸ਼ਾ ਕਦੇ ਉੱਧਰ ਕਦੇ ਇੱਧਰ ਇਸ ਦਰਿਆ ਤੋਂ ਆਰ ਪਾਰ ਹੁੰਦੀਆਂ ਰਹਿੰਦੀਆਂ ਤੇ ਉਹ ਬੇੜੀਆਂ ਦੀ ਇਸਤੇਮਾਲ ਕਰਦੀਆਂ। ਇਸ ਤਰ੍ਹਾਂ ਦੇ ਨਾਲ ਉਸ ਮਲਾਹ ਦੀ ਬੇੜੀ ਦੇ ਵਿੱਚ ਵੀ ਬਹੁਤ ਗੁਰਸਿੱਖ ਜਿਹੜੇ ਹੈ ਉਹ ਯਾਤਰਾ ਕਰਦੇ ਆ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਪਾਰ ਹੁੰਦੇ ਆ। ਇਸ ਤਰ੍ਹਾਂ ਦੇ ਨਾਲ ਜਦੋਂ ਗੁਰਮੁਖ ਪਿਆਰੇ ਉਸ ਦੀ ਬੇੜੀ ਦੇ ਵਿੱਚ ਬਹਿੰਦੇ ਆ ਨਾ ਤੇ ਉਦੋਂ ਉਹ ਗੁਰਮੁਖ ਪਿਆਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਦੇ ਜਸ ਦੇ ਬੋਲ ਕਰਦੇ ਆ, ਵਚਨ ਕਰਦੇ ਆ, ਸਿਫਤ ਸਲਾਹ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਔਰ ਵਿਚਾਰਾਂ ਕਰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਣੇ ਦਾ
ਭਲਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਫਲਾਣੇ ਨੂੰ ਇਸ ਤਰ੍ਹਾਂ ਦੇ ਨਾਲ ਮਤਲਬ ਉਹ ਗੱਲਾਂ ਵਿਚਾਰਾਂ ਕਰਕੇ ਮਤਲਬ ਵਡਿਆਈਆਂ ਗੁਰੂ ਸਾਹਿਬ ਦੀਆਂ ਕਰਦੇ ਆ। ਹੁਣ ਉਹ ਮਲਾਹ ਜਿਹੜਾ ਹੈ ਇਹ ਸਾਰੀਆਂ ਗੱਲਾਂ ਸਿੱਖਾਂ ਦੀਆਂ ਸੁਣਦਾ ਰਹਿੰਦਾ ਹੈ ਔਰ ਉਹਦੇ ਮਨ ਦੇ ਵਿੱਚ ਆਉਂਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਏਡੀ ਮਹਾਨ ਸ਼ਕਤੀ ਹੈ ਕਿ ਜੇ ਉਹ ਪਰਮਪਿਤਾ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੈ ਤੇ ਮੈਂ ਕਿਉਂ ਨਾ ਗੁਰੂ ਸਾਹਿਬ ਦੇ ਚਰਨਾਂ ਲੱਗ ਕੇ ਤੇ ਮੈਂ ਵੀ ਉਹਨਾਂ ਤੋਂ ਬਖਸ਼ਿਸ਼ ਪ੍ਰਾਪਤ ਕਰ ਲਵਾਂ ਜਿਵੇਂ ਇਹ ਗੁਰਸਿੱਖ ਪ੍ਰਾਪਤ ਕਰਦੇ ਆ। ਇਹ ਮਨ ਦੇ ਵਿੱਚ ਵਿਚਾਰ ਆਇਆ। ਇੱਕ ਦਿਨ ਗੁਰਸਿੱਖ ਉਹਦੀ ਬੇੜੀ ਦੇ ਵਿੱਚ ਬੈਠੇ ਹੋਏ ਆ, ਗੁਰੂ ਸਾਹਿਬ ਦੀ ਬੜੀ ਵਡਿਆਈ ਕਰ ਰਹੇ ਹੈ, ਗੁਰੂ ਸਾਹਿਬ ਦਾ ਜਸ ਕਰ ਰਹੇ ਹੈ। ਗੁਰੂ ਸਾਹਿਬ ਸਾਰੀ ਬੇੜੀ ਦੇ ਵਿੱਚ ਜਦੋਂ ਵੀ ਕੋਈ ਗੁਰਸਿੱਖ ਬੈਠਦਾ ਉਹ ਗੁਰੂ ਸਾਹਿਬ ਦਾ ਜਸ ਹੀ ਕਰ ਰਿਹਾ ਹੈ। ਔਰ ਇੱਕ ਦਿਨ ਉਸ ਨੇ ਹੀਆ ਕਰਕੇ ਗੁਰਸਿੱਖਾਂ ਨੂੰ ਪੁੱਛ ਲਿਆ ਕਿ ਭਾਈ ਤੁਹਾਡੇ ਜਿਹੜੇ ਗੁਰੂ ਸਾਹਿਬ ਹੈ ਉਹ ਮੈਨੂੰ ਵੀ ਦਰਸ਼ਨ ਦੇ ਦੇਣਗੇ? ਗੁਰਸਿੱਖ ਕਹਿੰਦੇ ਕਿਉਂ ਨਹੀਂ ਦੇਣਗੇ ਭਾਈ, ਜ਼ਰੂਰ ਦੇਣਗੇ। ਕਹਿੰਦੇ ਫਿਰ ਕਿਵੇਂ ਦੇਣਗੇ? ਕਹਿੰਦੇ ਉਹ ਸਿੱਖ ਕਹਿਣ ਲੱਗੇ ਜੀ ਤੁਸੀਂ ਇਸ ਤਰ੍ਹਾਂ ਕਰਿਆ ਕਰੋ, ਹਰ ਰੋਜ਼ ਬੇਨਤੀ ਕਰਿਆ ਕਰੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦਿਓ। ਔਰ ਗੁਰੂ ਤੁਹਾਡੇ ਮਨ ਦੀ ਜਿਹੜੀ ਸੱਚਾਈ ਹੈ, ਤੁਹਾਡੇ ਮਨ ਦੀ ਜਿਹੜੀ ਪੀੜ ਹੈ, ਤੁਹਾਡੇ ਮਨ ਦੀ ਜਿਹੜੀ ਆਸਾ ਹੈ ਉਹ ਗੁਰੂ ਸਾਹਿਬ ਨੂੰ ਆਪੇ ਸੁਣ ਜਾਏਗੀ ਔਰ ਤੁਹਾਨੂੰ ਆਪਣੇ ਆਪ ਆ ਕੇ ਗੁਰੂ ਸਾਹਿਬ ਜਿਹੜੇ ਆ ਉਹ ਦਰਸ਼ਨ ਦੇਣਗੇ। ਇਸ ਤਰ੍ਹਾਂ ਦੇ ਨਾਲ ਉਸ ਸੈਦੇ ਮਲਾਹ ਨੇ, ਸੈਦਾ ਮਲਾਹ ਕਿਉਂਕਿ ਮੁਸਲਮਾਨ ਸੀ, ਬੇੜੀ ਚਲਾਉਂਦਾ ਸੀ, ਆਪਣੀ ਕਿਰਤ ਕਮਾਈ ਕਰਦਾ ਸੀ, ਗਰੀਬ ਬੰਦਾ ਸੀ, ਰੋਟੀ ਗੁਜ਼ਾਰਾ ਚੱਲਦਾ ਸੀਗਾ, ਪਰ ਮਨ ਦੇ ਵਿੱਚ ਇਹ ਜ਼ਰੂਰ ਸੀ ਕਿ ਕਿਤੇ ਮੈਨੂੰ ਪਰਮਪਿਤਾ ਪਰਮਾਤਮਾ ਦੇ ਅੱਲਾ ਦੇ ਦਰਸ਼ਦਾਰੇ ਹੋ ਜਾਣ। ਤੇ ਹੁਣ ਉਸ ਨੂੰ ਸਾਧਨ ਮਿਲਿਆ। ਸੁੱਖਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਭਾਈ ਸੁਰਤੀ ਜੋੜ ਕੇ ਗੁਰੂ ਨਾਲ ਬੇਨਤੀ ਕਰਿਆ ਕਰ, ਗੁਰੂ ਦੇ ਚਰਨਾਂ 'ਚ ਬੇਨਤੀ ਕਰੇਗਾ ਤੇ ਗੁਰੂ ਸਾਹਿਬ ਤੈਨੂੰ ਆਪਣੇ ਆਪ ਹੀ ਆ ਕੇ ਦਰਸ਼ਨ ਦੇ ਦੇਣਗੇ, ਤੈਨੂੰ ਨਿਹਾਲ ਕਰ ਦੇਣਗੇ। ਹੁਣ ਮਨ ਦੇ ਵਿੱਚ ਆਸ ਵੱਜ ਗਈ। ਸਾਡੀ ਵੀ ਆਸ ਇਸੇ ਤਰ੍ਹਾਂ ਬਣਨੀ ਚਾਹੀਦੀ ਹੈ ਕਿ ਅਸੀਂ ਕਿਸੇ ਗੁਰਮੁਖ ਪਿਆਰੇ ਦੀ ਸ਼ਰਨ ਦੇ ਵਿੱਚ ਹੋ ਕੇ ਇਹ ਰਸਤੇ ਨੂੰ ਪ੍ਰਾਪਤ ਕਰੀਏ ਤੇ ਗੁਰੂ ਦੀ ਕਿਰਪਾ ਸਾਨੂੰ ਵੀ ਪ੍ਰਾਪਤ ਹੋ ਜਾਵੇ। ਇਹ ਅੱਜ ਸਾਡੇ ਜੀਵਨ ਦੇ ਵਿੱਚ ਵੀ ਇਹੀ ਹੋਣਾ ਚਾਹੀਦਾ। ਤਾਂ ਉਸ ਸੈਦੇ ਮਲਾਹ ਨੇ ਕੀ ਕੀਤਾ ਕਿ ਉਸ ਦਿਨ ਤੋਂ ਹੀ 24 ਘੰਟੇ ਹੀ ਜੇ ਬੇੜੀ ਚਲਾ ਰਿਹਾ ਤੇ ਤਾਂ ਵੀ ਉਹਦੀ ਸੁਰਤੀ ਜਿਹੜੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਟਿਕੀ ਹੋਈ ਹੈ ਔਰ ਗੁਰੂ ਸਾਹਿਬ ਨੂੰ ਹਮੇਸ਼ਾ ਬੇਨਤੀ ਕਰਦਾ ਰਹਿੰਦਾ, ਸੱਚੇ ਪਾਤਸ਼ਾਹ ਮੈਂ ਗਰੀਬ ਹਾਂ ਪਰ ਮੇਰੇ ਤੇ ਕਿਰਪਾ ਕਰੋ, ਮੈਨੂੰ ਦਰਸ਼ਦਾਰੇ ਬਖਸ਼ੋ। ਹੁਣ ਰੋਜ਼ ਦੀ ਬੇਨਤੀ 24 ਘੰਟੇ ਹੀ ਜਿਹੜਾ ਸੈਦਾ ਮਲਾਹ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਆਪਣੇ ਮਨ ਦੀ ਅਰਦਾਸ ਜਿਹੜੀ ਹੈ ਉਹ ਲਾਈ ਰੱਖਦਾ ਹੈ। ਇੱਕ ਦਿਨ ਗੁਰੂ ਸਾਹਿਬ ਦੇ ਹਿਰਦੇ ਦੇ ਵਿੱਚ ਇੱਕ ਟੀਸ ਵੱਜੀ, ਕੋਈ ਗੁਰਮੁਖ ਪਿਆਰਾ ਸਾਨੂੰ ਯਾਦ ਕਰ ਰਿਹਾ। ਧਿਆਨ ਕੀਤਾ ਤੇ ਪਤਾ ਲੱਗੇ, ਧਿਆਨ ਕੀਤਾ ਗੁਰੂ ਸਾਹਿਬ ਨੇ ਕਿ ਗੁਰਮੁਖ ਪਿਆਰਾ ਕੋਈ ਯਾਦ ਕਰ ਰਿਹਾ ਹੈ ਤੇ ਉਹਨੂੰ ਦਰਸ਼ਨ ਦੇਣੇ ਬਹੁਤ ਜ਼ਰੂਰੀ ਹੈ। ਹੁਣ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਨੂੰ ਬੁਲਾਇਆ ਔਰ ਦਇਆ ਸਿੰਘ ਨੂੰ ਹੁਕਮ ਕੀਤਾ ਕਿ ਦਇਆ ਸਿੰਘ ਦਰਿਆ ਦੇ ਉੱਤੇ ਜਾ ਕੇ ਇਹ ਸੂਚਨਾ ਦੇ ਦਿਓ ਕਿ ਕੱਲ ਅਸੀਂ ਦਰਿਆ ਤੋਂ ਪਾਰ ਜਾਣਾ ਹੈ ਤੇ ਅਸੀਂ ਬੇੜੀਆਂ ਦੇ ਉੱਤੇ ਚੜ੍ਹ ਕੇ ਪਾਰ ਕਰਾਂਗੇ ਦਰਿਆ ਨੂੰ ਤੇ ਬੇੜੀਆਂ ਭਾਈ ਤਿਆਰ ਰੱਖੋ। ਹੁਣ ਭਾਈ ਦਇਆ ਸਿੰਘ ਜੀ ਨੇ ਗੁਰੂ ਸਾਹਿਬ ਦਾ ਹੁਕਮ ਜਿਹੜਾ ਸੀ, ਗੁਰੂ ਸਾਹਿਬ ਦਾ ਬਚਨ ਜਿਹੜਾ ਸੀ, ਸਾਰੇ ਦਰਿਆ ਦੇ ਬੇੜੀਆਂ ਵਾਲਿਆਂ ਨੂੰ ਦੇ ਦਿੱਤਾ ਕਿ ਭਾਈ ਕੱਲ ਗੁਰੂ ਸਾਹਿਬ ਜਿਹੜੇ ਹੈ ਉਹ ਇਹ ਦਰਿਆ ਪਾਰ ਕਰਨਗੇ, ਤੁਹਾਡੀਆਂ ਬੇੜੀਆਂ ਦੇ ਉੱਪਰ ਉਹਨਾਂ ਦੇ ਨਾਲ ਸਿੰਘ ਵੀ ਹੋਣਗੇ ਤੇ ਤੁਸੀਂ ਬੇੜੀਆਂ ਤਿਆਰ ਰੱਖਿਆ ਜੀ। ਜਿਹੜੀ ਬੇੜੀ ਤੇ ਗੁਰੂ ਸਾਹਿਬ ਬੈਠਣਗੇ ਉਹ ਉਹਨਾਂ ਦੀ ਮਰਜ਼ੀ ਹੈ। ਹੁਣ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸਾਰੇ ਮਲਾਹਾਂ ਨੂੰ ਇਹ ਚਾਅ ਚੜ ਗਿਆ ਕਿ ਸਾਡੀ ਬੇੜੀ ਦੇ ਉੱਤੇ ਗੁਰੂ ਸਾਹਿਬ ਬੈਠਣਗੇ, ਮੇਰੀ ਬੇੜੀ ਤੇ, ਦੂਜਾ ਕਹਿੰਦਾ ਮੇਰੀ ਬੇੜੀ ਤੇ ਗੁਰੂ ਸਾਹਿਬ ਬੈਠਣਗੇ, ਤੀਜਾ ਕਹਿੰਦਾ ਮੇਰੀ ਬੇੜੀ ਤੇ ਗੁਰੂ ਸਾਹਿਬ ਬੈਠਣਗੇ। ਹੁਣ ਸੈਦਾ ਮਲਾਹ ਵੀ ਜਿਹੜਾ ਹੈ ਨਾ ਉਹਨਾਂ ਦੇ ਵਿੱਚ ਹੀ ਹਾਜ਼ਰ ਹੈ ਔਰ ਉਹ ਚੁੱਪ ਚਪੀਤਾ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਿਆ ਜੀ, ਮੈਂ ਗਰੀਬ ਹਾਂ ਪਰ ਮੇਰੀ ਬੇੜੀ ਵੀ ਜਿਹੜੀ ਹੈ ਇੰਨੀ ਵਧੀਆ ਨਹੀਂ ਹੈ, ਪਰ ਕਿਰਪਾ ਕਰਿਓ ਮੇਰੀ ਬੇੜੀ ਤੇ ਤੁਸੀਂ ਚਰਨ ਪਾਓ ਆ ਕੇ, ਮੈਨੂੰ ਦਰਸ਼ਦਾਰੇ ਦਿਓ ਸੱਚੇ ਪਾਤਸ਼ਾਹ
ਕਿਰਪਾ ਕਰੋ ਮੇਰੇ ਤੇ, ਮੈਨੂੰ ਨਿਹਾਲ ਕਰ ਦਿਓ ਸੱਚੇ ਪਾਤਸ਼ਾਹ। ਇਹ ਨਿਮਰਤਾ ਭਰੀ ਬੇਨਤੀ ਜਿਹੜੀ ਹੈ ਨਾ, ਉਹ ਚੁੱਪ ਚਪੀਤਾ ਆਪਣੇ ਹਿਰਦੇ ਦੇ ਵਿੱਚ ਕਰੀ ਜਾਂਦਾ। ਕੋਈ ਮੈਂ ਨਹੀਂ ਹੈ, ਕੋਈ ਦਿਖਾਵਾ ਨਹੀਂ ਹੈ। ਦੂਜੇ ਮਲਾਹਾਂ ਨੇ ਕੀ ਕੀਤਾ ਹੈ ਕਿ ਆਪਣੀਆਂ ਬੇੜੀਆਂ ਨੂੰ ਬਹੁਤ ਸਜਾਇਆ ਹੈ, ਝੰਡੀਆਂ ਲਾ ਕੇ, ਫੁੱਲ ਲਾ ਕੇ, ਗੁਬਾਰੇ ਲਾ ਕੇ, ਵੀ ਸਾਡੀ ਬੇੜੀ 'ਚ ਗੁਰੂ ਸਾਹਿਬ ਬੈਠਣਗੇ ਜੇ ਅਸੀਂ ਵਧੀਆ ਸਜਾਵਾਂਗੇ ਤਾਂ। ਦੂਜਾ ਕਹਿੰਦਾ ਮੈਂ ਉਦੋਂ ਵਧੀਆ ਸਜਾਊਂਗਾ, ਮੇਰੀ ਬੇੜੀ 'ਚ ਬੈਠਣਗੇ। ਇਸ ਤਰ੍ਹਾਂ ਦੇ ਨਾਲ ਸਾਰੇ ਮਲਾਹਾਂ ਨੇ ਆਪਣੀਆਂ ਬੇੜੀਆਂ ਸਜਾ ਲਈਆਂ। ਔਰ ਕੀ ਹੋਇਆ ਕਿ ਦੂਸਰੇ ਦਿਨ ਸੁਬਾਹ ਸਾਰੇ ਮਲਾਹ ਕਿਨਾਰੇ ਦੇ ਉੱਤੇ ਬਿਰਾਜਮਾਨ ਹੈ, ਆਪਣੀਆਂ ਬੇੜੀਆਂ ਲੈ ਕੇ, ਸ਼ਿੰਗਾਰ ਕੇ ਆਪਣੀਆਂ ਬੇੜੀਆਂ ਲੈ ਕੇ ਖੜੇ ਹੋਏ ਹੈ। ਤੇ ਇੱਕ ਸੈਦਾ ਵੀ ਉਹਨਾਂ ਦੇ ਵਿੱਚ, ਉਹਦੀ ਸਧਾਰਨ ਜੀ ਬੇੜੀ ਹੈ, ਕੋਈ ਉਹਨੇ ਸਜਾਈ ਨਹੀਂ ਹੈ, ਔਰ ਵੈਸੇ ਵੀ ਐਡੀ ਸੋਹਣੀ ਨਹੀਂ ਸੀ, ਔਰ ਵੈਸੇ ਵੀ ਵਿਚਾਰਾ ਗਰੀਬ ਬੰਦਾ ਔਰ ਸਧਾਰਨ ਜੇ ਵਸਤਰ ਪਾ ਕੇ ਉਹਨਾਂ ਦੇ ਵਿੱਚ ਹੀ ਖੜਾ ਹੈ। ਪਰ ਜਦੋਂ ਦੂਸਰੇ ਮਲਾਹਾਂ ਨੇ ਇਹ ਦੇਖਿਆ ਕਿ ਇਹ ਸੈਦਾ ਵੀ ਜਿਹੜਾ ਪਾਟੇ 'ਚ ਕੱਪੜੇ ਪਾ ਕੇ ਗੰਦੀ ਜੀ ਬੇੜੀ ਲੈ ਕੇ ਤੇ ਸਾਡੇ ਵਿੱਚ ਖੜਾ, ਤੇ ਸਾਡੇ ਇਹਨੂੰ ਪਰੇ ਕਰੋ, ਇਹ ਸਾਡੀਆਂ ਬੇੜੀਆਂ ਦੀ ਸ਼ਾਨ ਖਰਾਬ ਕਰਦਾ, ਤੇ ਸਾਡੀਆਂ ਬੇੜੀਆਂ 'ਚ ਵੀ ਗੁਰੂ ਸਾਹਿਬ ਨੇ ਨਹੀਂ ਚੜ੍ਹਨਾ ਜੇ ਇਹਦੀ ਮਾੜੀ ਦੇਖ ਲਈ, ਇਹ ਟੁੱਟੀ ਹੋਈ ਬੇੜੀ ਦੇਖ ਲਈ। ਹੁਣ ਉਹਨਾਂ ਮਲਾਹਾਂ ਨੇ ਸੈਦੇ ਮਲਾਹ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਕਹਿੰਦੇ ਵੀ ਜਾ ਤੇਰੀ ਬੇੜੀ ਦੂਰ ਲੈ ਜਾ, ਸਾਡੇ ਇੱਥੇ ਨਹੀਂ ਖੜਨ ਦਿੰਦੇ ਅਸੀਂ। ਕੁੱਟ ਮਾਰ ਕੇ ਜੀ ਉਸ ਨੂੰ, ਉਹ ਬੇੜੀ ਜਿਹੜੀ ਸੀ, ਉਹ ਸੈਦਾ ਮਲਾਹ ਜਿਹੜਾ ਸੀ ਵਿਚਾਰਾ ਨਿਮਰਤਾ ਸਹਿਤ ਹੱਥ ਜੋੜ ਕੇ ਉਹਨਾਂ ਨੂੰ ਕੋਈ ਨਹੀਂ ਪਾਈ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਵੇਂ ਰਾਜੀ। ਉਹ ਬੇੜੀ ਆਪਣੀ 1 ਕਿਲੋਮੀਟਰ ਦੂਰ ਉਹਨਾਂ ਬੇੜੀਆਂ ਤੋਂ ਲਿਜਾ ਕੇ ਉਹਨੇ ਖੜੀ ਕਰ ਦਿੱਤੀ ਹੈ। ਔਰ ਮਨ ਦੇ ਵਿੱਚ ਮਨ ਭਰਿਆ ਹੋਇਆ ਹੈ, ਸੱਚੇ ਪਾਤਸ਼ਾਹ ਤੁਸੀਂ ਆਉਣਾ ਹੈ, ਮੈਂ ਚਾਹੁੰਦਾ ਵੀ ਤੁਸੀਂ ਮੇਰੇ ਇਸ ਬੇੜੀ ਦੇ ਉੱਤੇ ਚਰਨ ਪਾਓ, ਮੈਨੂੰ ਦਰਸਦਾਰੇ ਦਿਓ, ਮੇਰੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ। ਮੈਂ ਗਰੀਬ ਹਾਂ ਬੇਸ਼ੱਕ, ਪਰ ਮੈਂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਪਿਆਰ ਬਹੁਤ ਕਰਦਾ, ਮੇਰੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ, ਮੇਰੇ ਪਿਆਰ ਦੀ ਲਾਜ ਰੱਖੋ ਸੱਚੇ ਪਾਤਸ਼ਾਹ। ਮੈਂ ਇਹਨਾਂ ਦਾ ਕੀ ਵਿਗਾੜਿਆ ਸੀ, ਇਹਨਾਂ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ, ਕਹਿੰਦੇ ਤੈਨੂੰ ਇੱਥੇ ਨਹੀਂ ਖੜਨਾ, ਤੇਰੀ ਬੇੜੀ ਤੇ ਗੁਰੂ ਸਾਹਿਬ ਨਹੀਂ ਚੜ੍ਹਨਗੇ। ਸੱਚੇ ਇਹ ਹੁਣ ਮਨ ਦੇ ਵਿੱਚੋਂ ਗੱਲਾਂ ਕਰੀ ਜਾਂਦਾ ਗੁਰੂ ਸਾਹਿਬ ਨਾਲ। ਜੇ ਕਿਤੇ ਅਸੀਂ ਵੀ ਇਹੀ ਗੱਲਾਂ ਕਿਤੇ ਅੱਜ ਪਰਮਾਤਮਾ ਨਾਲ ਕਰ ਲਈਏ, ਤੇ ਪਰਮਾਤਮਾ ਭਾਈ ਸਾਡੇ ਤੋਂ ਦੂਰ ਨਹੀਂ ਹੈ, ਬਹੁਤ ਨੇੜੇ ਹੈ, ਸਾਡੇ ਅੰਦਰ ਹੀ ਹੈ। 10ਵੇਂ ਦੁਆਰ ਦੇ ਵਿੱਚ ਬਿਰਾਜਮਾਨ, ਹਿਰਦੇ 'ਚ ਆ ਜਾਂਦਾ ਮਿੰਟ ਦੇ, 1 ਸਕਿੰਟ ਦੇ ਵਿੱਚ। ਸਾਡੀ ਭਾਵਨਾ ਪਿਆਰ ਵਾਲੀ ਹੋਣੀ ਚਾਹੀਦੀ ਹੈ, ਸ਼ਰਧਾ ਵਾਲੀ ਹੋਣੀ ਚਾਹੀਦੀ ਹੈ, ਸਮਰਪਣ ਵਾਲੀ ਹੋਣੀ ਚਾਹੀਦੀ। ਹੁਣ ਉਹ ਮਲਾਹ ਆਪਣੀ ਬੇੜੀ 1 ਕਿਲੋਮੀਟਰ ਦੂਰ ਤੱਟ ਤੋਂ ਖੜੀ ਕਰ ਦਿੱਤੀ ਹੈ, ਔਰ ਉੱਥੇ ਬੈਠ ਕੇ ਰੋ ਰਿਹਾ ਹੈ, ਅੱਖਾਂ ਭਰੀਆਂ ਹੋਈਆਂ, ਗੁਰੂ ਸਾਹਿਬ ਨੂੰ ਬੇਨਤੀ ਕਰ ਰਿਹਾ, ਸੱਚੇ ਪਾਤਸ਼ਾਹ ਮੈਨੂੰ ਇਹਨਾਂ ਨੇ ਤੱਟ ਤੋਂ ਦੂਰ ਕਰ ਦਿੱਤਾ, ਹੁਣ ਤੁਸੀਂ ਕਿਰਪਾ ਕਰੋ ਸੱਚੇ ਪਾਤਸ਼ਾਹ, ਮੇਰੇ ਤੇ ਕਿਰਪਾ ਕਰੋ, ਮੇਰੀ ਬੇੜੀ ਦੇ ਵਿੱਚ ਆ ਕੇ ਚਰਨ ਰੱਖੋ, ਤੁਸੀਂ ਰੱਖੋ ਸੱਚੇ ਪਾਤਸ਼ਾਹ, ਮਿਹਰ ਕਰੋ। ਇਹ ਬੇਨਤੀਆਂ ਕਰੀ ਜਾਂਦਾ ਹੈ। ਉਧਰੋਂ ਸਮਾਂ ਹੋ ਗਿਆ ਹੈ, ਗੁਰੂ ਸਾਹਿਬ ਜੀ ਆਏ ਹੈ, ਗੁਰੂ ਸਾਹਿਬ ਆਏ, ਤੱਟ ਦੇ ਉੱਤੇ ਬੇੜੀਆਂ ਲੱਗੀਆਂ ਹੋਈਆਂ, ਬਹੁਤ ਸੋਹਣੀਆਂ ਸੋਹਣੀਆਂ ਬੇੜੀਆਂ ਉੱਥੇ ਖੜੀਆਂ ਹੋਈਆਂ, ਔਰ ਗੁਰੂ ਸਾਹਿਬ ਹਰ ਬੇੜੀ ਨੂੰ ਬੜੇ ਗੌਰ ਨਾਲ ਦੇਖਦੇ ਐ, ਦੂਜੀ ਬੇੜੀ ਨੂੰ ਦੇਖਦੇ ਆ, ਬੜੀ ਸੋਹਣੀ ਸਜਾਈ ਹੋਈ ਆ, ਬੜੀ ਸੋਹਣੇ ਸੁੰਦਰ ਕੱਪੜੇ ਪਾਏ ਹੋਏ ਉਹਨਾਂ ਦੇ ਮਲਾਹਾਂ ਦੇ, ਔਰ ਉਹ ਸਤਿਕਾਰ ਕਰ ਰਹੇ ਐ। ਗੁਰੂ ਸਾਹਿਬ ਦੂਜੀ ਬੇੜੀ ਨੂੰ ਦੇਖਦੇ ਆ, ਉਹ ਵੀ ਬਹੁਤ ਸੁੰਦਰ ਮਲਾਹ ਹੈ, ਸੁੰਦਰ ਬੇੜੀਆਂ ਉਹਨਾਂ ਦੀਆਂ ਸਜਾਈਆਂ ਹੋਈਆਂ, ਸ਼ਿੰਗਾਰੀਆਂ ਹੋਈਆਂ, ਗੁਬਾਰਿਆਂ ਦੇ ਨਾਲ, ਝੰਡੀਆਂ ਦੇ ਨਾਲ, ਫੁੱਲਾਂ ਦੇ ਨਾਲ, ਕਿ ਗੁਰੂ ਸਾਹਿਬ ਸਾਡੀ ਹਰ ਕੋਈ ਬੇਨਤੀ ਕਰਦਾ ਗੁਰੂ ਸਾਹਿਬ ਆਓ ਸਾਡੀ ਬੇੜੀ 'ਚ ਬੈਠੋ। ਪਰ ਗੁਰੂ ਸਾਹਿਬ ਪਹਿਲੀ ਬੇੜੀ ਦੇਖੀ ਹੈ, ਦੂਜੀ ਬੇੜੀ ਦੇਖੀ ਹੈ, ਤੀਜੀ ਦੇਖੀ ਹੈ, ਚੌਥੀ ਦੇਖੀ ਹੈ, 10 ਬੇੜੀਆਂ ਦੇਖੀਆਂ, ਪਰ ਕਿਸੇ ਬੇੜੀ ਦੇ ਵਿੱਚ ਬੈਠੇ ਨਹੀਂ ਹੈ। ਹਰ ਕੋਈ ਦੇਖ ਰਿਹਾ ਹੈ ਵੀ ਹੈ ਕਿਹੜੀ ਬੇੜੀ ਦੇ ਵਿੱਚ ਗੁਰੂ ਸਾਹਿਬ ਬਿਰਾਜਮਾਨ ਹੋਣਗੇ। ਹਰ ਇੱਕ ਬੰਦੇ ਨੂੰ ਇਹ ਰਿਹਾ ਕਿ ਮੇਰੀ ਬੇੜੀ ਦੇ ਵਿੱਚ ਗੁਰੂ ਸਾਹਿਬ ਬਿਰਾਜਮਾਨ ਹੋਣਗੇ, ਪਰ ਨਹੀਂ, ਗੁਰੂ ਸਾਹਿਬ ਇਹ ਬੇੜੀਆਂ ਨੂੰ ਤੱਕਦੇ 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 ਅਗਾਂਹ ਵੱਲ ਨੂੰ ਨਿਕਲ ਗਏ, ਦਰਿਆ ਦੇ ਕਿਨਾਰੇ ਕਿਨਾਰੇ ਤੁਰੇ ਜਾਂਦੇ ਆ, ਪਿੱਛੇ ਸਿੰਘ ਹੈ, ਤੁਰੇ ਜਾਂਦੇ ਆ ਤੁਰੇ ਜਾਂਦੇ ਆ। ਇਹ ਜਿਹੜੇ ਮਲਾਹ ਬੈਠੇ ਸੀ, ਸ਼ਿੰਗਾਰੀ ਬੈਠੇ ਸੀ ਬੇੜੀਆਂ, ਇਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਤਾਂ ਸਾਡੀਆਂ ਬੇੜੀਆਂ 'ਚ ਤਾਂ ਨਹੀਂ ਪੈਂਦੇ। ਹੁਣ ਇਹਨਾਂ ਦਾ ਮਨ ਜਿਹੜਾ ਹੈ, ਇਹ ਹੰਕਾਰ ਜਿਹੜਾ ਸੀ, ਇਹ ਟੁੱਟ ਗਿਆ ਵੀ ਗੁਰੂ ਸਾਹਿਬ ਸਾਡੀ ਬੇੜੀਆਂ 'ਚ ਨਹੀਂ ਪੈਂਦੇ। ਹੁਣ ਗੁਰੂ ਸਾਹਿਬ ਕਿੱਥੇ ਜਾ ਰਹੇ ਆ? ਇਹਨਾਂ ਬੇੜੀਆਂ ਤੋਂ 1 ਕਿਲੋਮੀਟਰ ਦੂਰ ਇੱਕ ਬੇੜੀ ਹੋਰ ਦਿਖੀ ਹੈ ਗੁਰੂ ਸਾਹਿਬ ਨੂੰ, ਔਰ ਗੁਰੂ ਸਾਹਿਬ ਉਸ ਰਸਤੇ ਵੱਲ
दरिया के किनारे किनारे उस बेड़ी वाल जा रहे हैं। बेड़ी वाल जा रहे हैं, सिंह पिछे पिछे है। बेड़ी के कोल पहुंच के गुरु साहब ने देखा कि मलाह जिहड़ा अंदर बैठा है गोडियां 'च सिर दे के और आए करके रोई जाता है। रोण की आवाज़ सुन रहे हैं गुरु साहब, बेनतियां कर रहे हो गुरु साहब ने। और गुरु साहब ने उन्होंने देख के आवाज मारी है, सैदिया आ भाई बाहर आ, असीं तेरी बेड़ी दे विच परले पार जाना है। सैदिया आ भाई। ਜਦੋਂ सैदे ने आवाज़ सुनी तो देखा भी कौन मैनू बुला रहा, कौन मेरा नाम ले रहा। मैनू तो सारिਆਂ ने झिड़क के उत्थों बाहर कढ़ दिता सी। कौन है ये ऐसा बंदा जिहड़ा मेरा नाम लैके मैनू प्यार नाल सत्कार नाल बुला रहा है। ਜਦੋਂ बेड़ी चो वो बाहर आया, अखां भिजियां होईयां, नम है, अखां दे विच पानी है, हंझू है। और देखिया ते सामने देखिया ते की देखदा, गुरु साहब विराजमान है सामने। गुरु साहब साक्षात खड़े है, नाल सिंह खड़े है। फट नीवा हो के गुरु के चरणों से नतमस्तक होया, सच्चे पातशाह करो कृपा, हुक्म बख्शो सच्चे पातशाह। सैदिया तेरी बेड़ी ते अज असीं परले पार जाना भाई, सच्चे पातशाह करो कृपा, आओ। बड़े सत्कार नाल गुरु साहब नूं बेड़ी दे उत्ते बिठाया। बेड़ी दे उत्ते बिठा के सिंह भी बिठा लए है। और मन दे विच एक विश्वास हो गया कि मैं गुरु साहब नूं जिहड़ी बेनती कीती सी ना, मेरी बेनती नूं गुरु साहब ने सुन लिया है, मन लिया है। मेरा गरीब कोना नहीं देखिया, मेरी बेड़ी जिहड़ी आ वो माड़ी नहीं देखी। मेरा प्यार जिहड़ा सी ना गुरु साहब ने देख के ते मैनूं सत्कार बख्शिया। मेरी बेड़ी दे विच आके ये यात्रा करन लगे। बड़ा खुश होया, बड़ा खुश होया है। सारिਆਂ ਨੂੰ बेड़ी के उत्ते सवार कर दिता। और बेड़ी जिहड़ी है दूसरे किनारे वाल नूं चप्पू चला के तोड़नी शुरू कर दी है। हुण अध विचाले जे क्या ते गुरु साहब नूं कहण लग्या, सच्चे पातशाह जे तुसीं हुक्म बख्शो ते मैं चप्पू चलाउंदा चलाउंदा ना, मतलब ध्यान मेरा इधरले पासे हुंदा है, ते जे तुसीं हुक्म बख्शो तो मैं बेड़ी नूं थोड़ा जिहा धार दे विच छड्ड देवां ते तुहाडे दर्शन कर लेवां सच्चे पातशाह। गुरु साहब कहते सैदिया जिवें तेरी मर्जी आ उवें कर, तूं आ बह जा सामने साडे। हुण सैदा चप्पू चलाउणा बंद कर दिता है। गुरु साहब के चरणों के विच गुरु साहब के दरसदारे कर रहा है, मूँह वाल तक रहा है। जिवें इस तरह का महसूस हो रहा है कि अज जिहड़ा है वो स्वर्ग जिहड़ा है, अज जिहड़ा सचखंड जिहड़ा है वो मेरी बेड़ी दे विच आ गया। अज परमात्मा मेरी बेड़ी दे विच आ गया। इन्ना प्यार होया सैदे नूं कि गुरु के चरणों के उत्ते उस प्यार के वैराग के हंझू जिहड़े है वो गुरु के चरणों के उत्ते गिर रहे हैं। और वैराग के नाल वो हंझू हंझी होया, पानियों पानी होया, गुरु के दरसदारे कर रहे हैं। कदे वो गुरु के चरणों से मत्था टेकता है, कदे वो गुरु नूं नमस्कारां करता है, कदे गुरु के मुख वाल वेखदा है। गुरु नूं बहुत प्यार दे नाल वेखी जाता है। हुण काफ़ी देर हो गई, जो बहुत देर हो गई तो गुरु साहब कहन लगे भाई हुण तां सैदिया फिर तू सानूं पार ला दे। अच्छा महाराज, सत वचन कह के सैदे ने चप्पू संभालिया ते बेड़ी जिहड़ी धार दे विच जा रही सी उहनूं चप्पू चला के ते किनारे वाल नूं करना शुरू कर दिता है। और थोड़ी देर बाद गुरु साहब ते 21 सिंघां नूं उस सैदे मलाह ने अपनी बेड़ी किनारे ते ला के और किनारे दे उत्ते उतार दिता है। लो सच्चे पातशाह किरपा करो, मेरे अवगड़ां नूं चित ना धरियो, मैनू नदरी नदर दे हाल कर दिओ सच्चे पातशाह। मैं मंदा हाँ चंगा हाँ तुहाडा हाँ सच्चे पातशाह, बख्श लो किरपा करो। उतर के गुरु साहब कहन लगे सैदिया आ भाई तैनू कोई सेवा देइए, की सेवा लेनी है। गुरु साहब ने कुछ मोहरा कट के लै, मोहरा ले लै, किन्नी क सेवा चाहिए है दस। सच्चे पातशाह
ਹੁਣ ਨਿਮਾਣਾ ਹੋ ਕੇ ਸੈਦਾ ਇਹ ਕਹਿਣ ਲੱਗਿਆ ਹੱਥ ਜੋੜ ਕੇ, ਸੱਚੇ ਪਾਤਸ਼ਾਹ ਕਦੇ ਮਲਾਹ ਤੋਂ ਪੈਸੇ ਲੈਂਦਾ ਹੁੰਦਾ, ਕਦੇ ਮਲਾਹ ਤੋਂ ਧਨ ਦੌਲਤ ਲੈਂਦਾ ਕੋਈ? ਮਲਾਹ ਦੇ ਵਿੱਚ ਆਪਸ ਵਿੱਚ ਦੀ ਭਾਈਚਾਰਾ ਹੁੰਦਾ ਹੈ, ਤੇ ਉਹ ਤਾਂ ਆਪਣੇ ਭਾਈਚਾਰੇ ਨੂੰ ਨਿਭਾਉਂਦੇ ਹੋਏ ਮਤਲਬ ਕੋਈ ਪੈਸਾ ਨਹੀਂ ਲੈਂਦੇ ਕਿਸੇ ਤੋਂ। ਤੇ ਤੁਸੀਂ ਸੱਚੇ ਪਾਤਸ਼ਾਹ ਇਹ ਪੈਸੇ ਰੱਖੋ, ਮੈਂ ਪੈਸੇ ਨਹੀਂ ਲੈਣੇ, ਸੱਚੇ ਪਾਤਸ਼ਾਹ ਕਿਰਪਾ ਕਰੋ। ਹੁਣ ਜਦੋਂ ਸੈਦੇ ਨੇ ਇਹ ਕਿਹਾ ਕਿ ਮਲਾਹ ਤੋਂ ਪੈਸੇ ਥੋੜੀ ਲੈਂਦਾ ਗੁਰੂ ਸਾਹਿਬ, ਤੇ ਸਿੰਘ ਜਿਹੜੇ ਪਾਸੇ ਖੜੇ ਸੀ ਨਾ, ਉਹਨਾਂ ਦੇ ਮਨ 'ਚ ਇਹ ਆਇਆ ਕਿ ਇਹ ਗੁਰੂ ਸਾਹਿਬ ਨੂੰ ਮਲਾਹ ਕਹਿ ਰਿਹਾ, ਆਪਣੇ ਵਰਗਾ ਕਹਿ ਰਿਹਾ ਗੁਰੂ ਸਾਹਿਬ ਨੂੰ। ਹੁਣ ਉਹਨਾਂ ਦੇ ਨਿਗਾਹ 'ਚ ਵੀ ਇਹੀ ਹੈ ਕਿ ਮਲਾਹ ਤਾਂ ਕੰਗਲਾ ਹੈਗਾ, ਪਾਟੇ ਹੋਏ ਲੀੜੇ ਹੈ, ਪੁੱਟੀ ਹੋਈ ਬੇੜੀ ਹੈ, ਤੇ ਗੁਰੂ ਸਾਹਿਬ ਨੂੰ ਵੀ ਕਹਿ ਰਿਹਾ ਮਲਾਹ। ਗੁੱਸਾ ਆਇਆ, ਸਿੰਘਾਂ ਨੇ ਕਿਰਪਾਨ ਕੱਢੀ, ਇਹਨੂੰ ਸੋਧਾ ਲਾ ਲਈਏ, ਗੁਰੂ ਸਾਹਿਬ ਨੂੰ ਮਲਾਹ ਕਹਿ ਰਿਹਾ। ਤੇ ਗੁਰੂ ਸਾਹਿਬ ਨੇ ਕਿਹਾ ਠਹਿਰੋ। ਠਹਿਰ ਕੇ ਸਾਰੇ ਸਿੰਘ ਕਹਿਣ ਲੱਗੇ, ਭਾਈ ਤੂੰ ਗੁਰੂ ਸਾਹਿਬ ਨੂੰ ਮਲਾਹ ਕਿਵੇਂ ਕਹਿਣਾ? ਕਿਉਂ ਭਾਈ, ਇਹਨਾਂ ਨੂੰ ਦੱਸ ਦੇ ਵੀ ਤੂੰ ਮਲਾਹ ਕਿਵੇਂ ਕਹਿਣਾ? ਸੱਚੇ ਪਾਤਸ਼ਾਹ ਬਈ ਮੇਰਾ ਕੰਮ ਹੈ ਇਸ ਦਰਿਆ ਦੇ ਇਸ ਕਿਨਾਰੇ ਤੋਂ ਲੈ ਕੇ ਇਸ ਕਿਨਾਰੇ ਤੱਕ ਲੋਕਾਂ ਨੂੰ ਪਾਰ ਲਗਾਉਣਾ, ਬੇੜੀ ਦੁਆਰਾ ਲੋਕਾਂ ਨੂੰ ਇਹ ਕਿਨਾਰੇ ਤੋਂ ਇਹ ਦਰਿਆ ਤੋਂ ਪਾਰ ਲਾਉਣਾ। ਸੱਚੇ ਪਾਤਸ਼ਾਹ ਇਸ ਕਰਕੇ ਲੋਕ ਸਾਨੂੰ ਮਲਾਹ ਕਹਿੰਦੇ ਆ। ਸੱਚੇ ਪਾਤਸ਼ਾਹ ਤੁਸੀਂ ਸਾਰੀ ਦੁਨੀਆ ਦੇ ਮਾਲਕ ਹੋ, ਵਾਲੀ ਹੋ, ਕਰਤੇ ਹੋ। ਸੱਚੇ ਪਾਤਸ਼ਾਹ ਪਰਮੇਸ਼ਰ ਸਰੂਪ ਹੋ, ਤੁਸੀਂ ਸਾਰੇ ਸੰਸਾਰ ਨੂੰ ਇਸ ਦੁੱਖਾਂ ਦੇ ਭਵ ਸਾਗਰ ਤੋਂ ਆਪਣੇ ਬੇੜੇ ਦੇ ਵਿੱਚ ਚੜਾ ਕੇ ਦੂਜੇ ਪਾਰ ਲਾ ਦਿੰਦੇ ਹੋ, ਜਿੱਥੇ ਗੁਰੂ ਦਾ ਦਰਸਦਾਰਾ ਹੁੰਦਾ, ਜਿੱਥੇ ਗੁਰੂ ਦੇ ਸੱਚਖੰਡ ਹੈ, ਉਸ ਸੱਚਖੰਡ ਤੱਕ ਪਹੁੰਚਾ ਦਿੰਦੇ ਹੋ ਸੱਚੇ ਪਾਤਸ਼ਾਹ। ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਤਾਂ ਦੁਨੀਆ ਦੇ ਸਭ ਤੋਂ ਵੱਡੇ ਮਲਾਹ ਹੋ। ਅਸੀਂ ਤਾਂ ਕੋਈ 100-200 ਬੰਦਾ ਰੋਜ਼ ਦਾ ਪਾਰ ਲਗਾਉਂਦੇ ਹੋਵਾਂਗੇ, ਔਰ ਤੁਸੀਂ ਤਾਂ ਕਰੋੜਾਂ ਬੰਦੇ ਜਿਹੜੇ ਆ ਇਸ ਸੰਸਾਰ ਦੇ ਭਵ ਸਾਗਰ ਤੋਂ ਪਾਰ ਕਰਕੇ ਆਪਣੇ ਸੱਚਖੰਡ ਦੇ ਦੁਆਰੇ ਤੇ ਪਹੁੰਚਾ ਦਿੰਦੇ ਹੋ ਸੱਚੇ ਪਾਤਸ਼ਾਹ। ਸਤਿਗੁਰੂ ਬੜੇ ਖੁਸ਼ ਹੋਏ। ਹਾਂ ਸੈਦਿਆ, ਸਹੀ ਗੱਲ ਹੈ ਤੇਰੀ, ਤੂੰ ਵੀ ਮਲਾਹ ਹੈ, ਅਸੀਂ ਵੀ ਮਲਾਹ ਹੈ, ਠੀਕ ਹੈ, ਵਾਹਿਗੁਰੂ ਭਲਾ ਕਰੇ। ਹੁਣ ਗੁਰੂ ਸਾਹਿਬ ਨੇ ਕਿਹਾ, ਸੈਦਿਆ ਫਿਰ ਹੋਰ ਦੱਸ, ਜੇ ਤੂੰ ਮੋਹਰਾਂ ਨਹੀਂ ਲੈਣੀਆਂ, ਧਨ ਨਹੀਂ ਲੈਣਾ, ਹੋਰ ਦੱਸ, ਤੈਨੂੰ ਕੋਈ ਰਾਜ ਬਖਸ਼ ਦਈਏ, ਖੁਸ਼ੀਆਂ ਬਖਸ਼ ਦਈਏ, ਤੇਰੇ ਪਰਿਵਾਰ ਨੂੰ ਕੋਈ ਜੋ ਮੰਗੇਗਾ ਦੇ ਦੇਵਾਂਗੇ, ਬੋਲ ਦੱਸ। ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕੀਤੀ, ਤੁਸੀਂ ਮੈਨੂੰ ਨਿਹਾਲ ਕੀਤਾ, ਮੈਨੂੰ ਦਸਦਾਰੇ ਬਖਸ਼ੇ, ਮੇਰੀ ਬੇਨਤੀ ਸੁਣ ਕੇ ਸੱਚੇ ਪਾਤਸ਼ਾਹ ਮੇਰਾ ਔਗਣ ਨਹੀਂ ਵੇਖੇ, ਮੇਰੇ ਪਿਆਰ ਨੂੰ ਵੇਖ ਕੇ ਤੁਸੀਂ ਮੇਰੇ ਇਸ ਬੇੜੇ ਦੇ ਉੱਤੇ ਇਹ ਯਾਤਰਾ ਕੀਤੀ, ਮੈਨੂੰ ਨਿਹਾਲ ਕਰਤਾ ਸੱਚੇ ਪਾਤਸ਼ਾਹ, ਦਸਦਾਰੇ ਦੇ ਕੇ ਨਿਹਾਲ ਕਰਤਾ ਸੱਚੇ ਪਾਤਸ਼ਾਹ। ਮੈਨੂੰ ਕੁਛ ਨਹੀਂ ਚਾਹੀਦਾ, ਬਸ ਕਿਰਪਾ ਕਰੋ, ਇੱਕ ਕੰਮ ਜ਼ਰੂਰ ਕਰਨਾ ਕਿ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਮੇਰੇ ਇਸ ਦਰਿਆ ਦੇ ਕਿਨਾਰੇ ਤੇ ਆਏ ਸੀ ਨਾ, ਤੇ ਮੈਂ ਤੁਹਾਨੂੰ ਆਪਣੀ ਬੇੜੀ ਦੇ ਵਿੱਚ ਬਿਠਾ ਕੇ ਇਹ ਦੂਜੇ ਕਿਨਾਰੇ ਲਾ ਦਿੱਤਾ ਹੈ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰਿਆ ਜੇ ਜਦੋਂ ਮੇਰੀ ਇਹ ਅਵਸਥਾ, ਮੇਰਾ ਇਹ ਜੀਵਨ ਜਿਹੜਾ ਹੈ ਮ੍ਰਿਤੂ ਹੋਵੇ, ਤੇ ਉਦੋਂ ਮੈਂ ਜਦੋਂ ਤੁਹਾਡੇ ਦੁਆਰੇ ਤੇ ਆਵਾਂ ਤੇ ਤੁਸੀਂ ਉਦੋਂ ਮਤਲਬ ਕਿਰਪਾ ਕਰਿਆ ਜੇ ਵੀ ਮੈਨੂੰ ਆਪਣੇ ਇਸ ਭਵ ਸਾਗਰ ਤੋਂ ਪਾਰ ਉਤਾਰ ਦਿਆ ਜੇ, ਆਪਣੇ ਕਿਨਾਰੇ ਆਪਣੇ ਦੁਆਰੇ ਦੇ ਉੱਤੇ ਲੈ ਜਾਓ ਸੱਚੇ ਪਾਤਸ਼ਾਹ, ਆਪਣੇ ਚਰਨਾਂ ਦੇ ਵਿੱਚ ਲੈ ਜਾਓ, ਬੜੀ ਕਿਰਪਾ ਹੋਵੇ ਸੱਚੇ ਪਾਤਸ਼ਾਹ ਜੇ ਇਸ ਤਰ੍ਹਾਂ ਹੋ ਜਾਵੇ। ਸਤਿਗੁਰੂ ਖੁਸ਼ ਹੋਏ। ਸੈਦਿਆ ਠੀਕ ਹੈ, ਸਤ ਬਚਨ ਹੈ, ਜਦੋਂ ਤੇਰਾ ਜੀਵਨ ਸਵਾਸਾਂ ਦੀ ਪੂੰਜੀ ਖਤਮ ਹੋਵੇਗੀ, ਉਸ ਤੋਂ ਬਾਅਦ ਤੂੰ ਸਾਡੇ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੇਗਾ, ਸਾਡੇ ਸੱਚਖੰਡ ਦੇ ਉੱਤੇ ਤੇਰਾ ਆਸਣ ਹੋਵੇਗਾ। ਇਹ ਸਤ ਬਚਨ ਹੈ। ਹੋਰ ਦੱਸ, ਹੋਰ ਸੱਚੇ ਪਾਤਸ਼ਾਹ ਬੜੀ ਮਿਹਰ ਹੈ, ਕਿਰਪਾ ਕੀਤੀ ਹੈ ਬੜੀ ਤੁਸੀਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸੈਦਿਆ ਤੂੰ ਸਾਨੂੰ ਪਾਰ ਕੀਤਾ, ਅਸੀਂ ਤੈਨੂੰ ਪਾਰ ਕਰ ਦਿੱਤਾ, ਤੂੰ ਸਾਡੇ 21 ਸਿੰਘਾਂ ਨੂੰ ਵੀ ਨਾਲ ਪਾਰ ਕੀਤਾ ਹੈ, ਇਸ ਕਰਕੇ ਤੈਨੂੰ ਅਸੀਂ ਇਹ ਬਖਸ਼ਿਸ਼ਾਂ ਕਰਦੇ ਹਾਂ ਕਿ ਅੱਜ ਤੋਂ ਬਾਅਦ ਜਿਵੇਂ ਤੂੰ ਸਾਡੇ 21 ਸਿੰਘਾਂ ਨੂੰ ਸਾਡੇ ਨਾਲ ਪਾਰ ਕੀਤਾ ਨਾ, ਉਵੇਂ ਤੇਰੇ ਨਾਲ ਤੇਰੀਆਂ 21 ਕੁਲਾਂ ਵੀ ਇਸ ਭਵ ਸਾਗਰ ਤੋਂ ਪਾਰ ਹੋਣਗੀਆਂ, ਸੰਸਾਰ ਦੇ ਭਵ ਸਾਗਰ ਤੋਂ ਤੇਰੀਆਂ 21 ਕੁਲਾਂ ਪਾਰ ਹੋ ਜਾਣਗੀਆਂ। ਇਹ ਸਤ ਬਚਨ ਹੈ। ਧੰਨ ਹੋ ਸੱਚੇ ਪਾਤਸ਼ਾਹ, ਬੜੀ ਕਿਰਪਾ ਕੀਤੀ ਹੈ, ਬੜੀ ਕਿਰਪਾ ਕੀਤੀ ਹੈ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਸੈਦੇ ਮਲਾਹ ਨੂੰ ਇਹ
गुण बख्श के, ये वर बख्श के, ये खुशियां बख्श के निहाल कर दिता है। और गुरु साहिब ने ये नहीं देखा कि सजदा जिहड़ा है कौन जात का है, किस दा है, मुसलमान है या हिंदू है या सिख है या कौन है या किहड़ी जाति का है, कौन है, गरीब है या अमीर है या मतलब बहुत। उन्हें ये देखा साहिब श्री गुरु गोबिंद सिंह जी महाराज ने कि हिरदे दे विच जिस रूह दे प्यार है वो रूह सानू जिन प्रेम कियो तिन ही प्रभ पायो। गुरु साहब की अपनी ही कलम है तो इस करके गुरु साहब ने उस सजदे का प्रेम देखा कि प्रेम कितना कर रहा है, किन्नी प्यार कर रहा है, किन्नी श्रद्धा कर रहा है, किन्नी भावना कर रहा है, भावें गरीब ही है। पर इस करके गुरु साहब ने अनेका ਜਿਹੜੇ 10 15 20 ਜਿਹੜੇ बेड़ियां वाले ਸ਼ਿੰਗਾਰ के बैठे हुए सी, पैसे वाले बैठे हुए ਸੀਗੇ, बड़े सोहने वस्त्र पा के सोहणियां बेड़ियां ला के बैठे सी, उन्हां नूं छड्ड दिता ते सजदे दी बेड़ी दे उत्ते गुरु दे प्यार करके जो उसने गुरु नाल प्यार किया, जो उसने गुरु नाल अरदास की, बिरथी कदे ना हो भी जन की अरदास। इस तरह के नाल भाई गुरमुख प्यारिओ जे अज संसार दे विच असीं भी अरदास करते हैं ना, इस तरह का प्यार करते हैं परम पिता परमात्मा के नाल, साहिब श्री गुरु ग्रंथ साहब जी के नाल। साहिब श्री गुरु ग्रंथ साहब जी पंचम पातशाह जी ने क्यों सानू प्रगट करके दिता है, क्योंकि ये सतगुरु है। 10 गुरु साहिबान तो बाद सतगुरु स्वरूप साडा जिहड़ा अज के युग दे विच है और जुग जुग अटल है, वो साहिब श्री गुरु ग्रंथ साहब जी है। साहिब श्री गुरु ग्रंथ साहिब जी 10 गुरुआं की जोत स्वरूप तो है ही है, नाल इस दे परम पिता परमात्मा की जोत भी विराजमान है। जे कोई श्रद्धा भावना नाल परमात्मा नाल प्यार करे, जे कोई श्रद्धा भावना नाल परमात्मा नूं बेनती करे, अरदास करे, तो अज भी खड़े होकर तुसीं अरदास करो, अपने घरे बैठे अरदास कर लो, घरों चल के इत्थे आओ, इत्थे अरदास कर लो, तो तुहाडे मन की शुद्धता जिहड़ी है ना, तुहाडे मन का प्यार जिहड़ा है वो फौरन ही अरदास जिहड़ी परमात्मा के कोल पहुँचा देगा और परमात्मा तुहाडे कारज स्वाद देगा। जो भी मंगना चाहते हो अज परमात्मा दरसदारे दिंदा है। साहिब श्री गुरु ग्रंथ साहिब जी अज साडे सतगुरु है। जिवें साहिब श्री गुरु नानक देव जी तो लैके गुरु गोबिंद सिंह तक 10 गुरु साहिबान साडे सतगुरु सी, इवें जिक्र ये साहिब श्री गुरु ग्रंथ साहिब जी आदि श्री गुरु ग्रंथ साहिब जी भाव परम पिता परमात्मा का स्वरूप सतगुरु, ये साहिब श्री गुरु ग्रंथ साहिब जी है। और जो असी इसके चरणों च बेनती करांगे साडे सारे कार्य जिहड़े है वो सफल हो जाएंगे। ये बहुत लोगों को भुलेखा है। एक बार इत्थे ही मैं एक बंदे नूं कहंदा सुनिया जी असीं तां बहुत वड्डे पापी हैं जी, असीं तां कलयुगी हैं जी, कलयुग दे विच किहनूं परमात्मा दर्शन दिंदा। भाई ऐसी गल नहीं है, साडे मन दे विच प्रीत होनी चाहिए है, हिरदा साडा शुद्ध होना चाहिए, असीं सच दे धारनी होने चाहिए, कूड़ ना होवे साडे हिरदे दे विच रत्ती पर भी लेश पर भी कूड़ ना होवे, बिल्कुल सच होवे। भावें झूठ नहीं बोलना, सच बोलिया लाखां करोड़ां दा नुकसान हो जावे ते हो जावे, पर गुरु नाल प्यार करो और अपने हिरदे दे विच सच रखो तो परम पिता परमात्मा तुहाडे नाल ही है, दूर नहीं है, दरसदारे दिंदा है। साक्षात दास दा मिशन है, वाहिगुरू जोत प्रतख दर्शन, साक्षात दर्शन परमात्मा दिंदा है। तो साध संगत जी ये गुरु साहब ने सानू बख्शिश की है 2 लाइनां दे विच, तिनकी शोभा क्या गणी जे साहिब ने लड़ियां। उन्हां दी शोभा जिहड़ी है अनंत हुंदी है, गिनती च नहीं आउंदी, जिन्हां नूं परम पिता परमात्मा ने आप अपने नाल मेल लिया। जदों परमात्मा सानू मेल लैंदा बांह फड़ के, उदों साडे ते परमात्मा दे विच कोई भेद नहीं रहिंदा। परम पिता और परमात्मा और गुरमुख जिहड़ा है एक मिक हो जाते हैं। संत साजन भए रसे, संत और साजन एक रस हो जाते हैं। परम पिता परमात्मा और गुरसिख एक रस हो जाता है और परम पिता परमात्मा का स्वरूप हो जाता है। उदों गुरु साहब कहते उसकी शोभा कोई गणी नहीं जाती, यानी गणी अनंत होंदी है। गणी इस करके नहीं जाती कि अनंत होंदी है, अमोल होंदी है, अमोलक होंदी है। हुण गुरु साहब कहते हैं तन मन मौलिया राम स्यों संग साध सहेलड़िया। ये रस्ता है परमात्मा को प्राप्त करने का। गुरु साहब ने कहा कि जिहड़े महापुरुषों की संगत करते हैं, गुरमुख प्यारिਆਂ की सत्संग करते हैं, गुरसिखां की सत्संग करते हैं, पूर्ण खालसे की पूर्ण गुरसिख की सत्संग करते हैं, वो परमात्मा का नाम सिमरन करते हुए तन मन उन्हों का मौल मस्त मतलब भाव
परमात्मा दे समर्पित होकर परमात्मा नूं ही निशावर हो जाता है। अगे गुरु साहब कहते हैं साध जना ते बाहरी से रहण अकेलड़िया। हुण गुरु साहब कहते भी जिहड़े साध जना तो बाहर रहिंदे है, भाव गुरमुख प्यारिਆਂ ਦੇ ਨੇੜੇ नहीं लगते, उन्होंने कदे सत्संग नहीं की, ना गुरु ग्रंथ साहब की सत्संग की है, ना गुरमुख प्यारिਆਂ की ब्रह्म ज्ञानियों की गुरसिखां की या खालसियां की सत्संग की है, पूर्ण खालसे की सत्संग नहीं की। वो कहते गुरु साहब कहते हैं साध जना ते बाहरी से रहण अकेलड़िया। वो रूहां जड़ियां कलियां ही रहिंदियां, उन्होंने किसी पासे परमात्मा का सहारा नहीं मिलता और वो दुखों के विच ही फसियां रहिंदियां। गुरु साहब अगे अगली लाइन दे विच दसदे आ तिन तूख न कबहू उतरै से जम कै वस पड़िया। ਜਿਹੜੀਆਂ ਸਾਧਾਂ ਤੋਂ महापुरुषों तो बाहर रूहां आउंदियां, यानी उन्होंने संगत नहीं की हुंदी किसी गुरमुख प्यारे की या गुरु साहब की या किसी भी सत्संगी पुरुष की संगत नहीं की, उन्होंने हमेशा दुख लगे रहते हैं। गुरु साहब कहते कि तिन दुख न कबहू उतर, उन्होंने दुख कदे नहीं उतरते, लगे ही रहता है। एक हटिया दूजा बढ़ गया, दूजा बढ़िया, तीजा चढ़ गया, तीजा चढ़िया, तीजा हटिया होर चढ़ गया, होर चढ़ गया। इस तरह के नाल दुख बने ही रहते हैं सारे जीवन के विचों दे से अखीर नूं वो गुरु साहब कहते हैं कि जम के वस पैंदियां, भाव जमां की मार पैंदी है, उन्होंने नरक लगता है, उन्होंने नरक के विच वासा मिलता है, नरक के विच जोनियां भोगनियां पैंदियां और 84 लाख जोनियां का भोग भोगदियां होइयां ये रूहां फिर करलाउंदियां, तड़पदियां, रोंदियां, पिटदियां, बड़ा दुख मनाउंदियां। हुण अगे गुरु साहब कहते हैं कि जिन्ना राविया प्रभ अपना से दिसण नित खड़िया। कहते भी जिन्हां ने परमात्मा अपने गुरु नूं, परमात्मा नूं अपने गुरु नूं राविया, रावणा कहते हैं कि सिमरन करना, याद करना, चेते करना। जिन्हां ने परमात्मा नूं याद किया, अपने गुरु नूं याद किया, वो हमेशा ही वो सचखंड के द्वारे के उत्ते संसार के विच भी हमेशा ही खड़ियां दिखदियां। भाव वो साक्षात सबूत, साबत सबूत, उन्होंने कोई दुख नहीं होंदे, वो हमेशा तंदुरुस्ती दे विच तंदुरुस्ती नाल हमेशा खड़ियां रहिंदियां। गुरु साहब कहते रतन जवाहर लाल हर कंठ तिना जड़िया। ਜਿਹੜੇ गुरमुख प्यारियां रूहां परमात्मा नाल जुड़ जांदियां, परमात्मा का नाम सिमरन करदियां। और नाम एक ऐसी चीज़ है कि ये अमृत तो है ही है, ये नाम जिहड़ा हीरे जवाहरात भी है, हीरे जवाहरातां तो भी महंगा है। जिस हिरदे दे विच नाम आ जाता है, ਉਹਦੇ ਹਿਰਦੇ ਦੇ ਵਿੱਚ, ਉਹਦੇ ਮੁਖ ਦੇ ਉੱਤੇ, ਉਹਦੀ ਜੀਵਾ ਦੇ ਉੱਤੇ ਹੀਰੇ ਜਵਾਹਰਾਤਾਂ ਦੀ ਵੀ ਬਹੁਤਾਹਤ ਹੋ ਜਾਂਦੀ ਹੈ। ਭਾਵ ਉਹ ਹੀਰੇ ਜਵਾਹਰਾਤਾਂ ਦਾ ਵੀ ਜਿਹੜਾ ਹੈ ਧਾਰਨੀ ਹੋ ਜਾਂਦਾ ਹੈ, ਉਹਦੇ ਬਚਨ ਦੇ ਵਿੱਚ ਸਭ ਕੁਝ ਹੋ ਜਾਂਦਾ ਹੈ। ਉਹਨਾਂ ਦੇ ਕੰਠ, ਕੰਠ ਮਤਲਬ ਜੀਵਾ ਜਾਂ ਕੰਠ, ਇਹ ਜਿਹੜਾ ਗਲਾ ਅਸੀਂ ਕਹਿੰਦੇ ਆ, ਇੱਥੇ ਇੱਥੇ ਗਹਿਣੇ ਪਾਏ ਜਾਂਦੇ ਆ ਨਾ, ਤੇ ਗੁਰੂ ਸਾਹਿਬ ਕਹਿੰਦੇ ਆ ਕਿ ਇੱਥੋਂ ਮੁਖ ਤੋਂ ਬੋਲਿਆ ਹੋਇਆ ਜਿਹੜਾ ਬਚਨ ਜਿਹੜਾ ਹੈ ਨਾ, ਉਹਨਾਂ ਦਾ ਹੀਰੇ ਜਵਾਹਰਾਂ ਵਰਗਾ ਹੁੰਦਾ, ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ, ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਆ। ਹੁਣ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਹਿੰਦੇ ਆ ਨਾਨਕ ਵਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ। ਹੁਣ ਪੰਚਮ ਪਾਤਸ਼ਾਹ ਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੋਹਰ ਲਗਾ ਕੇ ਇਹ ਬਚਨ ਕਰਦੇ ਆ ਕਿ ਮੈਂ ਉਹਨਾਂ ਗੁਰਮੁਖ ਪਿਆਰਿਆਂ ਦੀ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਿਮਰਨ ਕਰਕੇ ਪ੍ਰਮਾਤਮਾ ਨੂੰ ਆਪਣਾ ਬਣਾ ਲਿਆ, ਪ੍ਰਮਾਤਮਾ ਦੇ ਹਮੇਸ਼ਾ ਅੰਗ ਸੰਗ ਉਹ ਪ੍ਰਜਨ ਸ਼ਰਨ ਦੇ ਵਿੱਚ ਪ੍ਰਮਾਤਮਾ ਦੇ ਉਹ ਹਮੇਸ਼ਾ ਖੜੀਆਂ ਰਹਿੰਦੀਆਂ। ਤੇ ਮੈਂ ਉਹਨਾਂ ਦੇ ਗੁਰੂ ਪਿਆਰਿਆਂ ਦੀ ਧੂੜ ਜਿਹੜੀ ਹੈ ਚਰਨਾਂ ਦੀ ਉਹ ਮੰਗਦਾ ਹੈ, ਕਿਉਂਕਿ ਐਸੇ ਗੁਰਮੁਖ ਪਿਆਰੇ ਜਿਹੜੇ ਹੈ ਉਹ ਮਹਾਨ ਹੁੰਦੇ ਹੈ, ਐਸੇ ਗੁਰਮੁਖ ਪਿਆਰੇ ਜਿਹੜੇ ਆ ਉਹ ਪ੍ਰਮਾਤਮਾ ਦਾ ਸਰੂਪ ਹੁੰਦੇ ਹੈ। ਔਰ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਆ ਕਿ ਮੈਂ ਉਹਨਾਂ ਦਾ ਸਤਿਕਾਰ ਕਰਦਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਪ੍ਰਭ ਸਰਣੀ ਦਰ ਪੜੀਆ, ਜਿਹੜੀਆਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਦਰ ਪੜੀਆਂ, ਭਾਵ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਸੱਚਖੰਡ ਦੁਆਰੇ ਦੇ ਉੱਤੇ ਬਿਰਾਜਮਾਨ ਹੋ ਚੁੱਕੀਆਂ, ਜਾਂ परमात्मा ਦੇ ਇਸ ਸੰਸਾਰ ਦੇ ਵਿੱਚ ਰਹਿੰਦੀਆਂ ਹੋਇਆਂ ਵੀ परमात्मा ਦੀ ਸ਼ਰਨ ਦੇ ਵਿੱਚ ਉਹ ਹਾਜ਼ਰ ਰਹਿੰਦੀਆਂ। ਉਹਨਾਂ ਰੂਹਾਂ ਦੀ ਅਸੀਂ ਚਰਨ ਧੂੜ ਮੰਗਦੇ ਹਾਂ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਖਸ਼ਿਸ਼ ਕਰਦੇ ਆ।
ਤੋ ਇਸ ਤਰ੍ਹਾਂ ਦੇ ਨਾਲ ਮੰਗਰ ਪ੍ਰਭ ਆਰਾਧਨਾ। ਹੁਣ ਗੁਰੂ ਸਾਹਿਬ ਮੰਗਰ ਮਹੀਨੇ ਦਾ ਇਹ ਸਾਰ ਤੁਹਾਨੂੰ ਦੱਸਦੇ ਆ ਕਿ ਅਸੀਂ ਮਗਰ ਮਹੀਨੇ ਦੇ ਵਿੱਚ ਜੇ ਸੰਤਾਂ ਮਹਾਂਪੁਰਸ਼ਾਂ ਨਾਲ ਰਲ ਕੇ ਪ੍ਰਮਾਤਮਾ ਦੀ ਸਿਮਰਨਾ ਕਰਦੇ ਆ, ਪ੍ਰਮਾਤਮਾ ਨਾਲ ਜੋੜ ਕਰਦੇ ਆ, ਤੇ ਸਾਡਾ ਜਿਹੜਾ ਰੂਹਾਂ ਜਿਹੜੀਆਂ ਉਹ ਦੁਆਰੇ ਦੇ ਉੱਤੇ ਜਾ ਕੇ, ਸੱਚਖੰਡ ਦੇ ਦੁਆਰੇ ਦੇ ਉੱਤੇ ਜਾ ਕੇ ਸੁਹਾਉਂਦੀਆਂ ਹੈ। ਤੇ ਹੁਣ ਗੁਰੂ ਸਾਹਿਬ ਕਹਿੰਦੇ ਆ ਮੰਗਰ ਪ੍ਰਭ ਆਰਾਧਨਾ। ਇਸ ਮਹੀਨੇ ਦੇ ਵਿੱਚ ਪ੍ਰਮਾਤਮਾ ਦੀ ਆਰਾਧਨਾ ਕਰਨੀ, ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ, ਪ੍ਰਮਾਤਮਾ ਦਾ ਜਸ ਕਰਨਾ, ਪ੍ਰਮਾਤਮਾ ਦੇ ਗੁਣ ਗਾਉਣੇ, ਪ੍ਰਮਾਤਮਾ ਦੀ ਸ਼ਰਨ ਹੋ ਕੇ ਪ੍ਰਮਾਤਮਾ ਦੀ ਵਡਿਆਈ ਕਰਨੀ, ਸਿਫਤ ਸਲਾਹ ਕਰਨੀ। ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਵੀ ਇਸ ਦਾ ਫਲ ਇਹ ਹੁੰਦਾ ਹੈ ਕਿ ਇਹ ਜਿਹੜੀਆਂ ਰੂਹਾਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਹੋ ਜਾਂਦੀਆਂ ਹੈ, ਪ੍ਰਮਾਤਮਾ ਦਾ ਸਿਮਰਨ ਕਰਦੀਆਂ, ਪ੍ਰਮਾਤਮਾ ਨੂੰ ਆਰਾਧਨਾ ਕਰਦੀਆਂ, ਉਹ ਰੂਹਾਂ ਦਾ ਫਿਰ ਆਵਾਗਮਨ ਜਿਹੜਾ ਹੈ, ਭਾਵ ਜੂਨਾਂ 84 ਲੱਖ ਜੂਨੀਆਂ ਦੇ ਵਿੱਚ ਬਾਰ-ਬਾਰ ਜੰਮਣ ਦਾ ਗੇੜ ਜਿਹੜਾ ਹੈ 84 ਲੱਖ ਜੂਨੀਆਂ ਦਾ ਮਨਮੁਖ ਰੂਹਾਂ ਨੂੰ ਲੱਗਦਾ ਹੈ। ਇਹ ਗੁਰਮੁਖ ਰੂਹਾਂ ਨੂੰ ਇਹ ਗੇੜ ਨਹੀਂ ਲੱਗਦਾ। ਇਹ ਬਹੁੜ ਬਾਰ-ਬਾਰ ਜੰਮਣਾ ਤੇ ਮਰਨਾ ਜਿਹੜਾ ਹੈ ਇਹਨਾਂ ਰੂਹਾਂ ਦਾ ਕੱਟਿਆ ਜਾਂਦਾ ਹੈ। ਔਰ ਇਹ ਗੁਰਮੁਖ ਰੂਹਾਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਇਸ ਸੰਸਾਰ ਦੇ ਵਿੱਚ ਬੈਠੀਆਂ ਹੋਈਆਂ ਪ੍ਰਮਾਤਮਾ ਨਾਲ ਜੁੜੀਆਂ ਰਹਿੰਦੀਆਂ। ਜਦੋਂ ਇਹਨਾਂ ਦੇ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਹੈ, ਇਸ ਰੂਹ ਨੂੰ, ਇਹਨਾਂ ਰੂਹਾਂ ਨੂੰ ਪ੍ਰਮਾਤਮਾ ਦੇ ਦੂਤ ਜਿਹੜੇ ਹੈ, ਦੇਵਤੇ ਜਿਹੜੇ ਹੈ, ਵਡਿਆਈ ਕਰਕੇ, ਫੁੱਲਾਂ ਦੀ ਵਰਸ਼ਾ ਕਰਕੇ, ਭਗਵਾਨ ਦੇ ਵਿੱਚ ਬਿਠਾ ਕੇ ਬੜਾ ਸਤਿਕਾਰ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲੈ ਜਾਂਦੇ ਹੈ। ਤੇ ਉੱਥੇ ਫਿਰ ਪ੍ਰਮਾਤਮਾ ਇਹਨਾਂ ਨੂੰ ਜੀ ਆਇਆ ਆਖਦਾ ਹੈ। ਇਹਨਾਂ ਦਾ 84 ਲੱਖ ਜੂਨੀਆਂ ਦਾ ਜਿਹੜਾ ਵਾਰੀ-ਵਾਰੀ ਜੰਮਣਾ ਜਿਹੜਾ ਇਸ ਰੂਹ ਨੂੰ ਲੱਗਿਆ ਹੋਇਆ ਹੈ, ਉਹ ਕੱਟਿਆ ਜਾਂਦਾ ਹੈ। ਔਰ ਪ੍ਰਮਾਤਮਾ ਦੇ ਹੁਕਮ ਨਾਲ ਇਹ ਰੂਹਾਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਉੱਥੇ ਦਰਸਦਾਰੇ ਕਰਦੀਆਂ ਸੱਚਖੰਡ ਦੇ ਵਿੱਚ। ਤੇ ਜੇ ਕਿਤੇ ਪ੍ਰਮਾਤਮਾ ਦਾ ਹੁਕਮ ਹੋਵੇ ਤੇ ਫਿਰ ਸੰਸਾਰ ਦੇ ਵਿੱਚ ਪ੍ਰਮਾਤਮਾ ਇਹਨਾਂ ਨੂੰ ਜੀਵਾਂ ਦਾ ਕਲਿਆਣ ਕਰਨ ਵਾਸਤੇ ਭੇਜ ਦੇਵੇ। ਤੇ ਫਿਰ ਇਹ ਸਤਿਗੁਰੂ ਸਰੂਪ ਹੋ ਕੇ ਜਾਂ ਸੰਤ ਸਰੂਪ ਹੋ ਕੇ ਜਾਂ ਬ੍ਰਹਮ ਗਿਆਨੀ ਸਰੂਪ ਹੋ ਕੇ ਫਿਰ ਇਹ ਸੰਸਾਰ ਦੇ ਵਿੱਚ ਆ ਕੇ ਸੰਸਾਰ ਦਾ ਨਾਮ ਜਪਣ ਦਾ ਰਸਤਾ ਜਿਹੜਾ ਹੈ ਉਹ ਉਹਨਾਂ ਨੂੰ ਦੱਸਦੇ ਆ। ਔਰ ਉਹਨਾਂ ਦੀਆਂ ਰੂਹਾਂ ਨੂੰ ਜਿਹੜਾ ਹੈ, ਤਪਦੀਆਂ ਰੂਹਾਂ ਨੂੰ ਠਾਰ ਕੇ ਪ੍ਰਮਾਤਮਾ ਦੇ ਚਰਨਾਂ 'ਚ ਜੋੜ ਦਿੰਦੇ ਆ। ਔਰ ਜਿਸ ਦੇ ਸਦਕਾ ਫਿਰ ਪ੍ਰਮਾਤਮਾ ਉਹਨਾਂ ਰੂਹਾਂ ਨੂੰ ਵੀ ਪ੍ਰਮਾਤਮਾ ਦੇ ਦਰਸਦਾਰੇ ਹੋ ਜਾਂਦੇ ਆ। ਇਸ ਤਰ੍ਹਾਂ ਦੇ ਨਾਲ ਇਹ ਗੁਰਮੁਖ ਪਿਆਰੀਆਂ ਰੂਹਾਂ ਜਿਹੜੀਆਂ ਪ੍ਰਮਾਤਮਾ ਦੇ ਦਰਸਦਾਰੇ ਕਰਦੀਆਂ ਹੋਈਆਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਬਿਰਾਜਮਾਨ ਹੋ ਜਾਂਦੀਆਂ, ਜਾਂ ਪ੍ਰਮਾਤਮਾ ਦੀ ਜੋਤ ਦੇ ਵਿੱਚ ਭੇਦ ਹੋ ਜਾਂਦੀਆਂ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਤੋ ਇਸ ਤਰ੍ਹਾਂ ਦੇ ਨਾਲ ਸਾਡੀ ਜੋਤ ਜਿਹੜੀ ਆ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੀ ਆ। ਔਰ ਅਸੀਂ ਆਵਾਗਮਨ ਤੋਂ ਰਹਿਤ ਹੋ ਕੇ ਉਸ ਅਸਥਾਨ ਦੇ ਉੱਤੇ ਸਾਡੀ ਰੂਹ ਜਿਹੜੀ ਹੈ ਅਮਰ ਹੋ ਜਾਂਦੀ ਹੈ, ਜਾਂ ਪ੍ਰਮਾਤਮਾ ਦੇ ਦਰਸ਼ਨ ਕਰਦੀ ਹੋਈ ਭੇਦ ਹੋ ਜਾਂਦੀ ਹੈ ਪ੍ਰਮਾਤਮਾ ਦੇ ਵਿੱਚ। ਇਹ ਐਸੀ ਅਵਸਥਾ ਸਾਡੀ ਹੈ ਇਹ ਰਸੂਲ ਦੀ। ਭਾਈ ਜੇ ਗੁਰਮੁਖ ਪਿਆਰਿਓ, ਅੱਜ ਅਸੀਂ ਇਹ ਪਿਆਰ ਨਾਲ, ਜਿਵੇਂ ਕਿ ਤੁਹਾਨੂੰ ਸੈਦੇ ਦੀ ਕਥਾ ਸੁਣਾਈ ਹੈ, ਅਸੀਂ ਵੀ ਇਹ ਪਿਆਰ ਰੱਖ ਕੇ ਜੇ ਅੱਜ ਪ੍ਰਮਾਤਮਾ ਨੂੰ ਅਸੀਂ ਸਿਮਰਨ ਕਰਦੇ ਹਾਂ, ਪ੍ਰਮਾਤਮਾ ਦਾ ਪਿਆਰ ਕਰਦੇ ਹਾਂ, ਪ੍ਰਮਾਤਮਾ ਦੇ ਪ੍ਰਤੀ ਸ਼ਰਧਾ ਭਾਵਨਾ ਰੱਖਦੇ ਹਾਂ, ਮਨ ਨਿਰਮਲ ਕਰ ਲੈਂਦੇ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਬੀਰ ਸਾਹਿਬ ਨੇ ਕਿਹਾ ਭਾਈ ਜੇ ਤੁਹਾਡਾ ਮਨ ਨਿਰਮਲ ਹੋ ਗਿਆ, ਕੂੜ ਨਿਕਲ ਗਿਆ ਵਿੱਚੋਂ, ਸੱਚ ਰਹਿ ਗਿਆ, ਤੇ ਫਿਰ ਪਰਮਾਤਮਾ ਤੁਹਾਨੂੰ ਲੱਭਦਾ ਫਿਰਦਾ ਭਾਈ, ਅੱਜ ਵੀ ਲੱਭੇਗਾ। ਜੇ ਅਸੀਂ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਆ ਗਏ ਤੇ ਅੱਜ ਵੀ ਪਰਮਾਤਮਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਲੱਭਦਾ ਜਿਹੜੇ ਪਰਮਾਤਮਾ ਦੇ ਨਾਲ ਪਿਆਰ ਕਰਦੇ ਆ। ਤੋ ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ ਸ਼ਮਾ ਦਾ ਜਾਚਕ ਹੈ। ਵਿਚਾਰ ਦੇ ਵਿੱਚ ਗੁਰਬਾਣੀ ਅਥਾਹ ਸਾਗਰ ਹੈ। ਕੋਈ ਹੋ ਸਕਦਾ ਹੈ ਕੋਈ ਨੇਕੀ ਗਲਤੀ ਰਹਿ ਗਈ ਹੋਵੇ, ਅਸੀਂ ਸ਼ਮਾ ਦੇ ਜਾਚਕ ਹਾਂ। ਪਰ ਗੁਰੂ ਸਾਹਿਬ ਜਿਵੇਂ ਸਾਨੂੰ ਸਮੱਤ ਬਖਸ਼ਦਾ, ਅਸੀਂ ਆਪ ਜੀ ਨੂੰ ਬੋਲ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਭਾਈ ਇਸ ਤਰ੍ਹਾਂ ਦੇ ਨਾਲ ਸਾਨੂੰ ਪ੍ਰਾਪਤੀ ਹੋ ਸਕਦੀ ਆ। ਔਰ ਕੋਸ਼ਿਸ਼ ਇਹ ਹੈ ਕਿ ਸਾਡਾ ਜੀਵਨ ਇਹੀ ਹੈ ਕਿ ਅਸੀਂ ਇਸ ਸੰਸਾਰ ਦੇ ਵਿੱਚ ਇਸੇ ਵਾਸਤੇ ਆਏ ਹਾਂ ਕਿ ਅਸੀਂ ਇਸ ਜਨਮ ਦੇ ਵਿੱਚ ਮਨੁੱਖਾ ਦੇਹੀ ਦੇ ਵਿੱਚ ਭਾਈ ਪ੍ਰਾਪਤ ਮਾਨਕ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਗਿਆ, ਅਸੀਂ ਨਾਮ ਸਿਮਰਨ ਕਰਕੇ ਪਰਮਾਤਮਾ ਨਾਲ ਮਿਲ ਜਾਈਏ। ਤੋ ਬਸ ਇਹ ਕੋਸ਼ਿਸ਼ ਕਰੋ ਭਾਈ ਪਰਮਾਤਮਾ ਨਾਲ ਮਿਲਣ ਦੀ। ਹੋ ਸਕੇ ਤੋ ਵਾਹਿਗੁਰੂ ਤੁਹਾਨੂੰ ਹੱਥ ਦੇ ਕੇ ਆਪਣੇ ਚਰਨਾਂ 'ਚ ਬਿਰਾਜਮਾਨ ਕਰੇਗਾ, ਹੱਥ ਦੇ ਕੇ ਤੁਹਾਨੂੰ ਬਖਸ਼ਿਸ਼ ਕਰੇਗਾ, ਔਰ ਤੁਹਾਨੂੰ ਆਪਣੇ ਆਪ ਹੀ ਪਰਮਾਤਮਾ ਦਾ ਨਾਮ ਸਿਮਰਨ ਆਉਣਾ ਸ਼ੁਰੂ ਆ ਜਾਏਗਾ। ਪਰ ਉਸ ਤੋਂ ਪਹਿਲਾਂ ਅੰਮ੍ਰਿਤ ਛਕ ਲਿਆ ਜੇ ਭਾਈ। ਵਾਹਿਗੁਰੂ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।